ਪੰਜਾਬੀ ਕਾਨਫਰੰਸਾਂ ਹੁੰਦੀਆਂ ਨੇ, ਹੈ ਨਾ, ਅਕਸਰ ਉਹਨਾਂ ਬਾਰੇ ਇਹੀ ਦੁਹਾਈ ਦਿੱਤੀ ਜਾਂਦੀ ਹੈ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ, ਪੰਜਾਬੀ ਮਾਂ ਬੋਲੀ ਨੂੰ ਇੱਕ ਵੱਡੇ ਮੰਚ ਦੇਣ ਲਈ ਇਹ ਜਿਹੜੀਆਂ ਕਾਨਫਰੰਸ ਹੁੰਦੀਆਂ ਨੇ, ਲੇਖਕਾਂ ਨੂੰ ਵੱਡੇ ਬਣਾਉਣ ਲਈ ਜਾਂ ਵੱਡੇ ਸਨਮਾਨ ਦੇਣ ਲਈ, ਹੈ ਨਾ, ਇਹ ਕਾਨਫਰੰਸ ਹੁੰਦੀਆਂ ਨੇ। ਪਰ ਤੁਹਾਡਾ ਇਹਨਾਂ ਬਾਰੇ ਵੀ ਜਿਹੜਾ ਵਿਚਾਰ ਆ ਉਹ ਓਨਾ ਚੰਗਾ ਨਹੀਂ ਹੈਗਾ। ਤੁਸੀਂ ਆਪਣਾ ਤਜਰਬਾ ਲਿਖਦੇ ਹੋ ਕਿ ਬਹੁਤ ਵਾਰੀ ਇਹ ਵੀ ਹੁੰਦਾ ਹੈ ਕਿ ਤੁਹਾਨੂੰ ਉੱਥੇ ਜਾ ਕੇ ਧੜਿਆਂ 'ਚ ਵੰਡ ਦਿੱਤਾ ਜਾਂਦਾ, ਉਹ ਲੋਕ ਵੀ ਅਹੁਦੇਦਾਰਾਂ ਦੇ ਰੂਪ 'ਚ ਤੁਹਾਨੂੰ ਮਿਲਦੇ ਨੇ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਨੇੜ ਤੇੜ ਦਾ ਵਾਸਤਾ ਨਹੀਂ ਹੁੰਦਾ। ਆਪਣੇ ਚਾਹੁਣ ਵਾਲਿਆਂ ਦੀਆਂ ਮੁਲਾਂਝੇਦਾਰੀਆਂ ਪੁਗਾਉਣ ਲਈ ਕਈ ਵਾਰੀ ਦੂਜਿਆਂ ਨੂੰ ਨੀਵਾਂ ਦਿਖਾ ਦਿੱਤਾ ਜਾਂਦਾ। ਤਾਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਕਾਨਫਰੰਸਾਂ ਦੀ ਜ਼ਰੂਰਤ ਕੀ ਹੈ? ਕਿ ਪੰਜਾਬੀ ਮਾਂ ਬੋਲੀ ਹੈ ਜਿਹੜੀ ਸਿਰਫ ਵੱਡੇ ਮੰਚਾਂ ਦੇ ਉੱਤੇ ਹੀ ਵੱਡੀ ਕੀਤੀ ਜਾ ਸਕਦੀ ਹੈ? ਹਾਂ, ਇਹਦਾ ਰੁਪਿੰਦਰ ਜੀ ਇੱਕ ਪੱਖ ਹੈ। ਹਾਂਜੀ। ਮੈਂ 1997 ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਮਿਲਵਾਕੀ ਵਾਲੀ ਮਸ਼ਹੂਰ ਕਾਨਫਰੰਸ ਆ ਉਹਦੇ 'ਤੇ ਵੀ ਗਿਆ ਸੀ, ਅਤੇ ਬਾਅਦ 'ਚ ਵੀ ਮੈਂ ਬਹੁਤ ਸਾਰੀਆਂ 'ਤੇ ਗਿਆ ਖੁਦ ਵੀ। ਹਾਲਾਂਕਿ ਮੈਨੂੰ ਪਹਿਲੀ ਕਾਨਫਰੰਸ ਤੋਂ ਹੀ ਆਹ ਗੱਲ ਮਤਲਬ ਮਹਿਸੂਸ ਹੋਣੀ ਸ਼ੁਰੂ, ਅਤੇ ਉਹਦੇ ਬਾਰੇ ਮੈਂ ਲਿਖਿਆ ਵੀ ਬਲਕਿ, ਹੈ ਨਾ, ਅਤੇ ਲੱਗਣ ਲੱਗ ਪਿਆ ਸੀਗਾ ਕਿ ਵੀ ਇਹ ਜਿਹੜੀਆਂ ਇਹ ਬੰਦੇ ਕੋਈ ਇਹਨਾਂ ਦਾ ਲਿਟਰੇਚਰ ਨਾਲ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ, ਅਤੇ ਕਬੂਤਰਬਾਜੀ ਦਾ ਜ਼ਿਕਰ ਵੀ ਉਹ ਵੀ ਕਰਦੇ ਹੈ ਨਾ। ਪਰ ਮੈਂ ਉਹਦਾ ਨਾ ਦੂਜਾ ਪੱਖ ਵੀ ਨਾਲ ਉਸ ਤਰ੍ਹਾਂ ਰੱਖਦਾ ਵੀ ਦੇਖੋ, ਜੇ ਉਹ ਕਾਨਫਰੰਸਾਂ ਨਾ ਹੁੰਦੀਆਂ ਤੇ ਅਸੀਂ ਤਾਂ ਕਦੇ ਬਾਹਰ ਹੀ ਨਹੀਂ ਸੀ ਜਾਣਾ। ਬਿਲਕੁਲ। ਜੇ ਬਾਹਰ ਨਹੀਂ ਤੁਸੀਂ ਜਾਂਦੇ ਤੁਹਾਨੂੰ ਉਸ ਸੱਚ ਦਾ ਪਤਾ ਹੀ ਨਹੀਂ ਸੀ ਲੱਗਣਾ, ਤੁਹਾਡਾ ਅਨੁਭਵ ਵੀ ਹੈ ਨਾ ਹੋਣਾ ਨਹੀਂ ਸੀਗਾ ਇਸ ਤਰ੍ਹਾਂ ਦਾ। ਤਾਂ ਜਿਹੜੇ ਮਤਲਬ ਇਸ ਤਰ੍ਹਾਂ ਦੇ ਇਕੱਠ ਕਰਨੇ ਹੈਗੇ ਆ ਜਿਹਦੇ ਬਾਰੇ ਬਾਅਦ ਦੇ ਵਿੱਚ ਚਰਚਾ ਹੋਣੀ ਹੈ, ਪੰਜਾਬੀ ਬਾਰੇ ਹੀ ਹੁੰਦੀ ਹੈ ਇਹ, ਹੈ ਨਾ, ਪੰਜਾਬੀ ਦੀਆਂ ਸਰਗਰਮੀਆਂ ਹੁੰਦੀਆਂ ਇਹੋ ਜਿਹੀਆਂ। ਤੁਸੀਂ ਕਦੇ ਹਿੰਦੀ ਦੀਆਂ ਸੁਣੀਆਂ ਇਸ ਤਰ੍ਹਾਂ ਦੀਆਂ, ਹੈ ਨਾ? ਜਾਣੀ ਇਹਦਾ ਮਤਲਬ ਹੈ ਕਿ ਇਹ ਵੀ ਇੱਕ ਪੰਜਾਬੀ ਦੇ ਜਿਹੜੀਆਂ ਸਰਗਰਮੀਆਂ ਪੰਜਾਬੀ ਹੋਈ ਜਾਂਦੀ ਰਹਿਣੀ, ਇਹ ਵੀ ਕਿਤੇ ਨਾ ਕਿਤੇ ਭਾਵੇਂ ਥੋੜ੍ਹੀ ਫਾਇਦਾ ਹੋਵੇ, ਇਹਦਾ ਫਾਇਦਾ ਹੁੰਦਾ ਹੈ। ਹਾਂਜੀ। ਚਲੋ ਜੇ ਉਹ ਮੈਂ ਸੋਚਦਾ ਕਿ ਦੂਜਾ ਪਲੱਸ ਪੁਆਇੰਟ ਕਈ ਵਾਰੀ ਸੋਚਦਾ ਵੀ ਜਿਹੜੇ ਉਹ ਨੌਨ ਲਿਟਰੇਰੀ ਲੋਕ ਨੇ, ਜੇ ਉਹ ਕਾਨਫਰੰਸਾਂ ਨਾ ਕਰਨ, ਹਾਂਜੀ, ਉਹ ਹੋਰ ਕੰਮਾਂ ਰਾਹੀਂ ਮਤਲਬ ਮੰਨ ਲਓ ਚਲੋ ਕਬੱਡੀ ਦੇ ਮੈਚਾਂ ਰਾਹੀਂ ਉਹ ਆਪਦਾ ਕੰਮ ਕਰਦੇ ਰਹਿਣ, ਦੂਜਾ ਕਬੂਤਰਬਾਜੀ ਤਾਂ ਸਾਫ਼ ਤਰ੍ਹਾਂ ਨਾਲ ਹੋ ਜਾਂਦੀ ਹੈ, ਹੋਰ ਕੰਮਾਂ ਰਾਹੀਂ ਕਰਦੇ ਰਹਿਣ, ਹੈ, ਤਾਂ ਉਹਨਾਂ ਦਾ ਕੰਮ ਤਾਂ ਫੇਰ ਵੀ ਹੋ ਜੂ, ਪਰ ਸਾਡਾ ਨੁਕਸਾਨ ਹੋ ਜੂਗਾ। ਬਿਲਕੁਲ, ਹੈ ਨਾ, ਕਿ ਉੱਥੇ ਆਖਰਕਾਰ ਕੁਛ ਨਾ ਕੁਛ ਡਿਸਕਸ਼ਨ ਵੀ ਹੁੰਦੀ ਹੈ। ਹੋਰ ਨਹੀਂ ਤਾਂ ਅਸੀਂ ਜਿਹੜਾ ਹੈਗਾ ਉਹ ਲੋਕ ਕਿਵੇਂ ਰਹਿੰਦੇ ਹੈਗੇ ਆ, ਉਹ ਲੋਕ ਕੀ ਸੋਚਦੇ ਹੈਗੇ ਆ, ਉਹ ਲੋਕ ਸਾਡੇ ਲਈ ਕੀ ਕਰ ਸਕਦੇ ਹੈਗੇ ਆ, ਇਹ ਚੀਜ਼ਾਂ ਵੀ ਸਾਡੇ ਸਾਹਮਣੇ ਆਉਂਦੀਆਂ ਹੈਗੀਆਂ। ਉਹ ਪੱਖ ਵੀ ਹੈਗਾ ਬਿਨਾਂ ਸ਼ੱਕ। ਇਸ ਕਰਕੇ ਮੈਂ ਸੋਚਦਾ ਕਿ ਉਹਨੂੰ ਥੋੜ੍ਹਾ ਜਿਹਾ ਦੋਵੇਂ ਪੱਖਾਂ ਤੋਂ ਹੀ ਵੇਖਣਾ ਚਾਹੀਦਾ ਕਿ ਰਲਮਾ ਮਿਲਮਾ, ਹਾਂ, ਕਿ ਉਹਦੇ 'ਚ ਕਾਫੀ ਫਾਇਦੇ ਵੀ ਹੈਗੇ ਆ। ਕਮਾਲ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਅਸੀਂ 97 ਵਾਲੀ ਉਹਦੇ 'ਤੇ ਗਏ ਕਾਨਫਰੰਸ 'ਤੇ ਪਹਿਲੀ ਵਾਰੀ ਵਰਿਆਮ ਸਿੰਘ ਸੰਧੂ ਹੋਰੀ ਵਰਗੇ ਵੱਡੇ ਬੰਦੇ ਵੀ ਪਹਿਲੀ ਵਾਰੀ ਵਿਦੇਸ਼ ਗਏ। ਹਾਂਜੀ। ਕਿਉਂਕਿ ਵਿਦੇਸ਼ ਜਾਣਾ ਕੋਈ ਸੌਖਾ ਤਾਂ ਹੈ ਨਹੀਂ, ਛੋਟੀ ਗੱਲ ਨਹੀਂ, ਹੈ ਨਾ। ਵੀਜ਼ੇ ਹੁਣ ਤਾਂ ਫਿਰ ਵੀ ਆਮ ਮਿਲਣਾ ਪਿਆ, ਉਹ ਤਾਂ ਬਿਲਕੁਲ ਹੀ ਨਹੀਂ ਸੀ ਮਿਲਦਾ ਵੀਜ਼ਾ, ਅਤੇ ਇਸ ਕਰਕੇ ਉਹ ਇੱਕ ਸਬੱਬ ਬਣਿਆ, ਜਾਣੀ ਕਹਿ ਲਓ। ਹਾਂਜੀ। ਉਹ ਸਬੱਬ ਬਣਿਆ ਸਾਡੇ ਐਕਸਪੋਜ਼ਰ ਵਾਸਤੇ, ਉਹ ਸਬੱਬ ਬਣਿਆ ਉਹਨਾਂ ਲੋਕਾਂ ਨੂੰ ਵੀ ਚਲੋ ਕੁਛ ਨਾ ਕੁਛ ਤਾਂ ਬੰਦਾ ਜੁੜਦਾ ਹੀ ਹੈ। ਜਿਹੜਾ ਬੰਦਾ ਇੰਨੇ ਪੈਸੇ ਲਾਉਂਦਾ ਉਹ ਕਿਤੇ ਨਾ ਕਿਤੇ ਉਸ ਨਾਲ ਚੀਜ਼ ਨਾਲ ਵੀ ਜੁੜਦਾ, ਹੈ ਨਾ। ਅਤੇ ਇਸ ਕਰਕੇ ਉਹਨਾਂ ਕਾਨਫਰੰਸਾਂ ਦੇ ਬਹੁਤ ਸਾਰੇ ਉਹ ਗੱਲਾਂ ਵੀ ਹੈਗੀਆਂ ਜਿਹੜੀਆਂ ਲੋਕ ਕਰਦੇ ਆ, ਉਹਨਾਂ ਦੇ ਦੂਜੇ ਪੱਖ ਵੀ ਹੈਗੇ ਆ ਚੰਗੇ, ਜਿਹੜੇ ਕਿ ਜਿਹਦੇ ਨਾਲ ਸਾਡਾ ਘੇਰਾ ਵੱਧਦਾ ਹੈ ਪੰਜਾਬੀ ਦੀਆਂ ਸਰਗਰਮੀਆਂ ਦਾ। ਔਰ ਪੰਜਾਬੀ ਦੇ ਬਾਰੇ ਐਂ ਨਹੀਂ ਇਕੱਲਾ ਵੀ ਵਿਕਾਸ ਦੀਆਂ ਗੱਲਾਂ ਨਹੀਂ ਹੁੰਦੀਆਂ, ਇਹ ਵਿਕਾਸ ਹੀ ਹੈ ਪੰਜਾਬੀ ਦਾ। ਕਿ ਜਦੋਂ ਤੁਸੀਂ ਉਹਦੀਆਂ ਗੱਲਾਂ ਕਰਦੇ ਆ, ਉਹਦੇ ਬਾਹਰਲੇ ਲੋਕ ਕਿਵੇਂ ਸੋਚਦੇ ਆ, ਬਾਹਰਲਾ ਲਿਟਰੇਚਰ ਕਿਸ ਤਰ੍ਹਾਂ ਦਾ ਹੈਗਾ, ਬਾਹਰ ਦੇਖੋ ਲੇਖਕ ਕਿਤੋਂ ਦਾ ਵੀ ਹੈ, ਉਹਦੀ ਇੱਛਾ ਤਾਂ ਰਹਿੰਦੀ ਹੈ ਵੀ ਮੇਰੇ ਬਾਰੇ ਕੋਈ ਗੱਲ ਕਰੇ। ਚਲੋ ਹੁਣ ਇੱਥੋਂ ਦਾ ਬੰਦਾ ਇਸ ਲਾਲਚ ਦੇ ਵਿੱਚ ਹੀ ਭਾਵੇਂ ਗੱਲ ਕਰੇ ਵੀ ਮੈਂ ਬਾਹਰ ਜਾਣਾ, ਹੈ ਨਾ, ਗੱਲ ਤਾਂ ਕਰੂਗਾ। ਬਿਲਕੁਲ ਬਿਲਕੁਲ। ਅਤੇ ਉਹਨਾਂ ਲੇਖਕਾਂ ਨੂੰ ਆਪਦੇ ਨਾਲ ਜੋੜ ਕੇ ਰੱਖਣਾ,
ਉਹ ਲੋਕ ਕਿਹਦੇ ਵਾਸਤੇ ਲਿਖਦੇ ਵੈਸੇ? ਜਿਹੜਾ ਬਾਹਰਲਾ ਬੰਦਾ ਬਾਹਰ ਬੈਠਾ ਪ੍ਰਵਾਸੀ ਲੇਖਕ ਹੈ, ਉਹ ਅੰਗਰੇਜ਼ਾਂ ਵਾਸਤੇ ਤਾਂ ਨਹੀਂ ਲਿਖਦਾ। ਬਿਲਕੁਲ ਲਿਖਦਾ ਤਾਂ ਸਾਡੇ ਵਾਸਤੇ ਹੀ ਆ, ਇੱਥੋਂ ਵਾਸਤੇ। ਅਸੀਂ ਉਹਨੂੰ ਪੜ੍ਹਦੇ ਹਾਂ ਤੇ ਸਾਡੇ ਤੋਂ ਹੀ ਉਹ ਤਵੱਕੋ ਕਰਦਾ ਵੀ ਤੁਸੀਂ ਇਹਦੇ 'ਤੇ ਆਲੋਚਨਾ ਦਾ ਕੰਮ ਕਰੋ, ਹੈ ਨਾ, ਮੈਨੂੰ ਸਮਝੋ, ਮੇਰੀਆਂ ਕਹਾਣੀਆਂ ਨਾਵਲ ਮੇਰਿਆਂ ਨੂੰ ਸਮਝੋ। ਇਹ ਕੰਮ ਦੇ ਵਿੱਚ ਉਹ ਕਾਨਫਰੰਸਾਂ ਮਦਦਗਾਰ ਵੀ ਸਾਬਤ ਹੁੰਦੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਕਈ ਵਾਰੀ ਅਸੀਂ ਥੋੜ੍ਹਾ ਜਿਹਾ ਬਾਇਸਡ ਹੋ ਕੇ ਵੀ ਗੱਲ ਕਰਦੇ ਹਾਂ। ਹੁੰਦੀਆਂ ਬਹੁਤ ਸਾਰੇ ਮਤਲਬ ਇਹੋ ਜਿਹੇ ਬੰਦੇ ਕਾਨਫਰੰਸਾਂ ਕਰਾ ਰਹੇ ਹੈਗੇ ਆ ਜਿਨ੍ਹਾਂ ਦਾ ਸੱਚਮੁੱਚ ਸਾਹਿਤ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਹੈ ਨਾ, ਪਰ ਉਹ ਵੀ ਮੈਂ ਸੋਚਦਾ ਕਿਤੇ ਨਾ ਕਿਤੇ ਮਤਲਬ ਨੌ ਭਾਰੀ ਸਹੀ, ਕਿਤੇ ਨਾ ਕਿਤੇ ਉਹ ਵੀ ਕੰਟਰੀਬਿਊਟ ਕਰਦੇ ਹੀ ਆ। ਬਿਲਕੁਲ ਨਹੀਂ, ਪਾਠਕਾਂ ਨੂੰ ਕਿਸੇ ਵੀ ਇਨਸਾਨ ਨੂੰ ਇਹਨਾਂ ਚੀਜ਼ਾਂ ਤੋਂ ਇਤਰਾਜ਼ ਨਹੀਂ ਹੁੰਦਾ, ਪਰ ਇਤਰਾਜ਼ ਉਦੋਂ ਹੁੰਦੇ ਆ ਵੀ ਜਦੋਂ ਤੁਸੀਂ ਬਾਹਰ ਜਾ ਕੇ ਤਾਂ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਹੋਕਾ ਦਿੰਦੇ ਹੋ। ਪਰ ਹੁਣ ਤੁਸੀਂ ਆਪਾਂ ਵੀ ਪਟਿਆਲੇ ਸ਼ਹਿਰ 'ਚ ਬੈਠੇ ਹਾਂ ਜਾਂ ਹੋਰ ਸ਼ਹਿਰਾਂ ਦੀ ਵੀ ਗੱਲ ਕਰ ਲਈਏ, ਕਿੰਨੇ ਸਕੂਲ ਨੇ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਪੰਜਾਬੀ ਬੋਲਣ 'ਤੇ ਪੂਰਨ ਤੌਰ 'ਤੇ ਮਨਾਹੀ ਬੱਚਿਆਂ ਨੂੰ ਕੀਤੀ ਜਾਂਦੀ ਹੈ, ਹੈ ਨਾ। ਉੱਥੇ ਜਦੋਂ ਸਾਡੀ ਆਵਾਜ਼ ਦਬ ਜਾਂਦੀ ਹੈ ਤਾਂ ਫਿਰ ਉਦੋਂ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਇਹ ਵੀ ਹੋਣੀਆਂ ਚਾਹੀਦੀਆਂ, ਪਰ ਇਹਨਾਂ ਨੂੰ ਨਾ ਦੋਨਾਂ ਨੂੰ ਕੰਪੇਅਰ ਨਹੀਂ ਮਤਲਬ ਕਰਨਾ ਚਾਹੀਦਾ ਕਿਸੇ ਤਰ੍ਹਾਂ ਵੀ। ਹਰੇਕ ਚੀਜ਼ ਦਾ ਆਪਦੀ ਤਰ੍ਹਾਂ ਦਾ ਮੁੱਲ ਹੁੰਦਾ ਹੈ ਕਿ ਵੀ ਉਹ ਚੀਜ਼ ਇਸ ਗੱਲ ਤੋਂ ਤਾਂ ਨਹੀਂ ਰੋਕਦੀ। ਠੀਕ ਹੈ ਵੀ ਜੇ ਕੋਈ ਬੰਦਾ ਬਾਹਰ ਕਾਨਫਰੰਸ 'ਤੇ ਜਾ ਆਇਆ, ਉਹ ਕਾਨਫਰੰਸ ਇਸ ਗੱਲ ਤੋਂ ਤਾਂ ਨਹੀਂ ਰੋਕਦੀ ਵੀ ਤੁਸੀਂ ਆਪਦੇ ਸਕੂਲਾਂ ਲਈ ਨਾ ਕੁਛ ਕਰੋ, ਹੈ ਨਾ। ਬਲਕਿ ਉਹਨਾਂ ਸਕੂਲਾਂ ਦੇ, ਹੁਣ ਮੈਂ ਤਾਂ ਸੋਚਦਾ ਉਹਨਾਂ ਸਕੂਲਾਂ ਦੇ ਜਾਂ ਕਾਲਜਾਂ ਦੇ ਟੀਚਰ ਵੀ ਜਾਣ ਲੱਗ ਪਏ ਬਾਹਰ, ਅਤੇ ਬਾਹਰੋਂ ਕੋਈ ਅਨੁਭਵ ਲੈ ਕੇ ਹੀ ਆਉਂਦੇ ਆ। ਜਦੋਂ ਅਸੀਂ ਕਿਤੇ ਪਹਿਲੇ ਬੰਦਿਆਂ ਬਾਰੇ ਗੱਲ ਕਰਦੇ ਹੈਗੇ ਆ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਅਮਰੀਕਾ ਪੜ੍ਹ ਕੇ ਆਇਆ ਸੀ ਅਤੇ ਉੱਥੋਂ ਸੁਪਨੇ ਲੈ ਕੇ ਆਇਆ, ਆ ਕੇ ਉਹਨੇ ਪ੍ਰੀਤਨਗਰ ਵਸਾਤਾ, ਹਾਂਜੀ, ਹੈ ਨਾ। ਆਪ ਇੰਜੀਨੀਅਰਿੰਗ ਕਰਕੇ ਆਇਆ ਸੀ, ਪਰ ਉਹ ਕਹਿੰਦਾ ਵੀ ਮੈਂ ਨੌਕਰੀ ਨਹੀਂ ਕਰਨੀ, ਮੈਂ ਤਾਂ ਮਤਲਬ ਲੋਕਾਂ ਦੇ ਮਨਾਂ ਦਾ ਇੰਜੀਨੀਅਰ ਬਣਨਾ, ਹੈ ਨਾ। ਅਤੇ ਇਸੇ ਤਰ੍ਹਾਂ ਪੂਰਨ ਸਿੰਘ ਬਾਹਰੋਂ ਪੜ੍ਹ ਕੇ, ਹੋਰ ਸਾਡੇ ਬੰਦੇ ਆਏ ਜਿਹੜੇ ਸੁਪਨੇ ਲੈ ਕੇ ਆਏ ਬਾਹਰੋਂ। ਜਿਹੜਾ ਬੰਦਾ ਬਾਹਰ ਜਾ ਕੇ ਆਉਂਦਾ ਹੈ, ਜਿਹੜਾ ਮਤਲਬ ਉਹਦੇ ਉਹ ਕੀ ਲੈ ਕੇ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਐਂ ਨਹੀਂ ਮਿਣ ਸਕਦੇ। ਹੋ ਸਕਦਾ ਜਦੋਂ ਅਸੀਂ ਇਹੀ ਗੱਲ ਪਹਿਲਾਂ ਮਤਲਬ ਗਦਰੀ ਬਾਬਿਆਂ ਬਾਰੇ ਕਹਿੰਦੇ ਹਾਂ ਵੀ ਬਾਹਰ ਗਏ ਤਾਂ ਉਹ ਕੰਮ ਧੰਦੇ ਵਾਸਤੇ ਹੀ ਸੀ, ਪਰ ਉਹਨਾਂ ਨੇ ਉੱਥੇ ਦੇਖਿਆ ਵੀ ਇੱਥੇ ਲੋਕ ਆਜ਼ਾਦੀ ਨਾਲ ਕਿਵੇਂ ਰਹਿੰਦੇ, ਸਾਡਾ ਮੁਲਕ ਗੁਲਾਮ ਹੈ, ਸਾਨੂੰ ਵੀ ਆਜ਼ਾਦ ਹੋਣਾ ਚਾਹੀਦਾ। ਅਤੇ ਉਹ ਆ ਕੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਵੀ ਲੜੀ, ਮੰਨ ਲਓ, ਹੈ ਨਾ। ਮੈਂ ਕਿਸੇ ਨੂੰ ਉਹਨਾਂ ਨਾਲ ਕੰਪੇਅਰ ਨਹੀਂ ਕਰ ਰਿਹਾ, ਜਾਨੀ ਕਿ ਵੀ ਸਾਰੇ ਜਿਹੜੇ ਬਾਹਰ ਜਾ ਆਏ ਉਹ ਕੋਈ ਦੇਸ਼ ਭਗਤ ਬਣ ਗਏ, ਇਸ ਤਰ੍ਹਾਂ ਦੇ, ਉਹ ਨਹੀਂ ਗੱਲ। ਪਰ ਜਿਹੜਾ ਬੰਦਾ ਬਾਹਰ ਜਾਂਦਾ ਹੈ, ਜਿਹਦਾ ਐਕਸਪੋਜ਼ਰ ਹੁੰਦਾ ਹੈ, ਉਹਦੀ ਨਜ਼ਰ ਜ਼ਰੂਰ ਬਦਲਦੀ ਹੈ। ਉਹ ਖੂਹ ਦੇ ਡੱਡੂ ਤੋਂ ਬਾਹਰ ਜ਼ਰੂਰ ਸੋਚਦਾ ਹੈ ਕਿ ਵੀ ਉੱਥੋਂ ਦੀਆਂ ਸਮਾਜ ਕਿਵੇਂ ਨੇ, ਉਹਨਾਂ ਵਰਗੇ ਅਸੀਂ ਕਿਸ ਤਰ੍ਹਾਂ ਬਣ ਸਕਦੇ ਹਾਂ, ਅਸੀਂ ਕਿਹੜੀਆਂ ਚੀਜ਼ਾਂ 'ਚ ਉਹਨਾਂ ਵਰਗੇ ਨਹੀਂ ਬਣਨਾ। ਬਹੁਤ ਸਾਰੀਆਂ ਗੱਲਾਂ ਸਾਡੇ ਚੰਗੀਆਂ ਜਿਹੜੀਆਂ ਅਸੀਂ ਉੱਥੋਂ ਆ ਕੇ ਮਹਿਸੂਸ ਕਰਦੇ ਹਾਂ ਮੁੜ ਕੇ। ਸਹੀ ਗੱਲ ਹੈ ਤੁਹਾਡੀ ਕਿ ਕਈ ਵਾਰ ਇਹ ਚੀਜ਼ਾਂ ਸਾਡਾ ਅਨੁਭਵ ਵੀ ਵੱਡਾ ਕਰਦੀਆਂ ਨੇ, ਹੈ ਨਾ। ਸਰ ਜਿਵੇਂ ਤੁਸੀਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ, ਤੁਸੀਂ ਹੁਣ ਵੀ ਕਹਿੰਦੇ ਹੋ ਕਿ ਤੁਸੀਂ ਥੋੜ੍ਹਾ ਬਹੁਤਾ ਖਮਿਆਜਾ ਇਸ ਚੀਜ਼ ਦਾ ਭੁਗਤਿਆ ਹੈ। ਤੁਹਾਡੀ ਗੱਲ ਵਿਚਾਲੇ ਹੈ, ਤੁਸੀਂ ਯਾਦ ਰੱਖੋ। ਮਤਲਬ ਮੈਂ ਜਦੋਂ ਇੰਗਲੈਂਡ ਦੇ ਵਿੱਚ ਆਪਣੇ ਜਿਹੜੇ ਉੱਥੇ ਬਣੇ ਹੋਏ ਆ ਬਜ਼ੁਰਗਾਂ ਲਈ, ਹੈ ਰਹਿਣ ਲਈ, ਆਸ਼ਰਮ ਟਾਈਪ ਹੀ, ਅਤੇ ਓਲਡ ਏਜ ਹੋਮ ਬਣੇ ਹੋਏ ਆ ਜਿਹੜੇ, ਉਹ ਮੈਂ ਦੇਖਿਆ ਤਾਂ ਮੈਂ ਬੜਾ ਮਤਲਬ ਨਾ ਅੰਦਰੋਂ ਮੇਰੇ ਬਹੁਤ ਕੁਛ ਟੁੱਟਿਆ। ਮੈਂ ਉਹਦੇ ਬਾਰੇ ਲਿਖਿਆ ਵੀ ਸਫ਼ਰਨਾਮੇ ਦੇ ਵਿੱਚ। ਮੈਂ ਕਿਹਾ ਵੀ ਸਾਡਾ ਸਮਾਜ ਭਾਵੇਂ ਗਰੀਬ ਵੀ ਹੋਵੇ, ਜਿਵੇਂ ਮਰਜ਼ੀ ਹੈ, ਪਰ ਅੱਜ ਤੋਂ ਕੁਝ ਵਰੇ ਪਹਿਲਾਂ ਸਾਡੇ ਤਾਂ ਬਿਰਧ ਆਸ਼ਰਮ ਹੈ ਨਹੀਂ ਸੀਗੇ। ਚੰਗੀ ਖਾਓ ਮੰਦੀ ਖਾਓ, ਬਜ਼ੁਰਗ ਆਪਦੇ
ਪੋਤਰੀਆਂ ਪੋਤਰਿਆਂ ਧੀਆਂ ਦੇ ਵਿੱਚ ਬੱਚਿਆਂ 'ਚ ਹੀ ਰਹਿੰਦੇ ਸੀ ਬਿਲਕੁਲ ਵੀ ਬੰਦੇ ਨੂੰ ਇਕੱਲੀ ਰੋਟੀ ਤਾਂ ਨਹੀਂ ਚਾਹੀਦੀ ਜਿਉਣ ਵਾਸਤੇ, ਰਿਸ਼ਤੇ ਵੀ ਚਾਹੀਦੇ। ਤੇ ਵੀ ਮੈਂ ਕਿਹਾ ਇਹਦਾ ਮਤਲਬ ਸਾਡੇ ਸਮਾਜ ਦੇ ਵਿੱਚ ਵੀ ਚੰਗੀਆਂ ਗੱਲਾਂ ਨੇ। ਹਾਂਜੀ, ਸਾਡੇ ਸੱਭਿਆਚਾਰ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਜਿੱਥੇ ਬਜ਼ੁਰਗ ਨੇ ਉਸ ਘਰ ਨੂੰ ਕਦੇ ਜਿੰਦਰਾ ਲਾਉਣ ਦੀ ਲੋੜ ਨਹੀਂ। ਇਸੇ ਤਰ੍ਹਾਂ ਹੀ ਮਹਿਮਾਨ ਨਵਾਜੀ, ਮਤਲਬ ਭਾਵੇਂ ਬੰਦੇ ਦੇ ਘਰੇ ਆਪਦੇ ਰੋਟੀ ਨਾ ਪੱਕਦੀ ਹੋਵੇ, ਪਰ ਜੇ ਕਿਸੇ ਦੇ ਘਰੇ ਜਦੋਂ ਮਹਿਮਾਨ, ਆਪਾਂ ਪਿੰਡਾਂ 'ਚ ਖਾਸ ਤੌਰ 'ਤੇ ਦੇਖਦੇ ਰਹੇ ਤੇ ਸੇਵਾ ਦੇ ਨਾਂ 'ਤੇ ਔਖੇ ਹੋ ਕੇ ਵੀ ਉਹ ਪੈਸੇ ਲਾਉਂਦੇ ਸੀ ਵੀ ਭਾਈ ਇਹਨੂੰ ਜੇ ਘੁੱਟ ਦਾਰੂ ਵੀ ਪਿਆ ਦਿਓ, ਇਹਨੂੰ ਹੈ ਨਾ ਚੰਗਾ ਕੋਈ ਖਵਾਓ ਵੀ, ਇਸ ਤਰ੍ਹਾਂ ਵੀ ਐਂ ਨਾ ਕਹਿਣ ਵੀ ਸਾਡੀ ਸੇਵਾ ਨਹੀਂ ਕੀਤੀ। ਤਾਂ ਮੈਂ ਕਿਹਾ ਵੀ ਇਹਦਾ ਮਤਲਬ ਇਹ ਚੀਜ਼ਾਂ ਨਹੀਂ ਤਾਂ ਤੁਸੀਂ ਆਪ ਦਾ ਤੁਹਾਨੂੰ ਸਾਰਾ ਕੁਛ ਹੀ ਮਾੜਾ 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 ਹੀ ਲੱਗੀ ਜਾਊਗਾ। ਤੁਸੀਂ ਕੰਪੇਅਰ ਕਰਦੇ ਹੋ ਦੁਨੀਆ ਨਾਲ, ਤੁਹਾਨੂੰ ਲੱਗਦਾ ਕਿ ਵੀ ਨਹੀਂ ਸਾਡੇ ਕੋਲੇ ਵੀ ਚੰਗੀਆਂ ਚੀਜ਼ਾਂ ਹੈਗੀਆਂ। ਬਿਲਕੁਲ ਬਿਲਕੁਲ। ਤੇ ਤੁਸੀਂ ਜਦੋਂ ਜਾ ਕੇ ਆਉਣੇ, ਤੁਸੀਂ ਮੈਨੂੰ ਤਾਂ ਐਂ ਵੀ ਲੱਗਦਾ ਹੁੰਦਾ ਵੀ ਤੁਸੀਂ ਫਿਰ ਪ੍ਰਵਾਸੀ ਲਿਟਰੇਚਰ ਬਾਰੇ ਵੀ ਥੋੜ੍ਹਾ ਜਿਹਾ ਵਧੇਰੇ ਘੋਖ ਕਰ ਸਕਦੇ ਹੋ, ਡੂੰਘੀ, ਕਿਉਂਕਿ ਤੁਸੀਂ ਉਹ ਚੀਜ਼ਾਂ ਵੇਖੀਆਂ ਵੀ ਹੁੰਦੀਆਂ। ਬਿਲਕੁਲ। ਤੇ ਬਾਕੀ ਉਹ ਵੀ ਹੈਗੇ ਨੁਕਸਾਨ, ਉਹ ਤਾਂ ਇੱਥੋਂ ਵਾਲੀਆਂ ਦੇ ਵੀ ਹੈਗੇ ਆ। ਇੱਥੇ ਜਿਹੜੀਆਂ ਕਾਨਫਰੰਸਾਂ ਹੋਈ ਜਾਂਦੀਆਂ, ਸੈਮੀਨਾਰ ਹੋਈ ਜਾਂਦੇ, ਉਹ ਕਿਹੜਾ ਸਾਰੇ ਪੰਜਾਬੀ ਦੇ ਵਿਕਾਸ ਲਈ ਹੁੰਦੇ ਆ, ਉਹ ਵੀ ਚੌਧਰਾਂ ਲਈ ਹੁੰਦੇ ਆ। ਬਿਲਕੁਲ ਬਿਲਕੁਲ। ਉਹਦੇ 'ਚ ਵੀ ਬਥੇਰਿਆਂ ਨੇ ਆਪਦੇ ਨਾਂ ਚਮਕਾਉਣੇ ਹੁੰਦੇ ਆ। ਤੇ ਅੱਜ ਕੱਲ੍ਹ ਜਦੋਂ ਲੋਕ ਕਹਿੰਦੇ ਆ ਕਿ ਜੀ ਆਹ ਸਰਟੀਫਿਕੇਟ ਲੈਣ ਲਈ ਲੋਕ ਸੈਮੀਨਾਰਾਂ 'ਚ ਜਾਂਦੇ ਆ, ਉਹ ਤਾਂ ਪੜ੍ਹਦੇ ਨਹੀਂ। ਹਾਂਜੀ। ਤੇ ਮਤਲਬ ਇਹ ਚੀਜ਼ ਤਾਂ ਕਿਤੇ ਹੀ ਹੋਵੇ, ਕੀ ਕਹਿੰਦੇ ਭਾਵੇਂ ਦੱਖਣ ਹੈ ਜਾਂ ਉੱਤਰ ਹੈ ਜਾਂ ਕੋਈ ਹੈ, ਉੱਥੇ ਸਾਰੇ ਹੋਣੀ ਹੈ। ਤੇ ਮੈਨੂੰ ਲੱਗਦਾ ਉਸ ਪੱਖ ਨੂੰ ਨਾ ਸਾਨੂੰ ਬਹੁਤ ਜ਼ਿਆਦਾ ਵਧਾ ਕੇ ਨਹੀਂ ਨਜ਼ਰਅੰਦਾਜ਼ ਵੇਖਣਾ ਨਹੀਂ ਚਾਹੀਦਾ, ਬਲਕਿ ਥੋੜ੍ਹਾ ਜਿਹਾ ਸੰਤੁਲਿਤ ਢੰਗ ਨਾਲ ਵੇਖਣਾ ਚਾਹੀਦਾ। ਸਰ ਮੈਂ ਸਵਾਲ ਦੁਹਰਾਉਣੀ ਹੈ, ਜਿਵੇਂ ਤੁਸੀਂ ਆਪਾਂ ਸ਼ੁਰੂਆਤ 'ਚ ਗੱਲ ਤੁਸੀਂ ਕੀਤੀ ਹੈ ਕਿ ਤੁਸੀਂ ਵੀ ਇਸ ਚੀਜ਼ ਦਾ ਖਮਿਆਜਾ ਭੁਗਤ ਚੁੱਕੇ ਹੋ ਕਿ ਲੇਖਕ ਨੂੰ ਸੱਚ ਨਾਲ ਖੜੇ ਹੋਣਾ ਚਾਹੀਦਾ ਹੈ ਨਾ। ਹੁਣ ਜਿਹੜਾ ਮੌਜੂਦਾ ਸਮੇਂ ਦੀ ਮੈਂ ਗੱਲ ਕਰ ਰਹੀ ਹਾਂ, ਕਿਸਾਨ ਵਿਰੋਧੀ ਜਿਹੜਾ ਇਹ ਆਰਡੀਨੈਂਸ ਪਾਸ ਹੋਇਆ ਨਾ, ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜੇ ਕਿਸਾਨ ਨੇ ਧਰਨਿਆਂ 'ਤੇ ਬੈਠੇ ਨੇ। ਆਪਣੇ ਪਟਿਆਲੇ 'ਚ ਵੀ ਬਹੁਤ ਵੱਡਾ ਧਰਨਾ ਲੱਗਿਆ ਹੋਇਆ। ਮੈਂ ਤਕਰੀਬਨ 2-3 ਦਿਨ ਹੋ ਗਏ ਹਰ ਲੇਖਕ ਦੇ ਪੇਜ 'ਤੇ ਜਾ ਕੇ ਦੇਖਦੀ ਹਾਂ, ਤੁਹਾਡੀ ਵਾਲ 'ਤੇ ਵੀ ਮੈਂ ਗਈ ਹਾਂ, ਮਾफ़ ਕਰਨਾ। ਕਿਸੇ ਵੀ ਲੇਖਕ, ਬਹੁਤਾਤ ਲੇਖਕ ਨੇ ਜਿਹੜੇ ਹਾਲੇ ਤੱਕ ਮੈਂ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਨਹੀਂ ਦੇਖਿਆ। ਤੁਸੀਂ ਆਪ ਵੀ ਕਿਸਾਨੀ ਪਰਿਵਾਰ 'ਚੋਂ ਆਏ ਹੋ, ਬਹੁਤ ਸਾਰੇ ਜਿਹੜੇ ਆਪਣੇ ਲੇਖਕ ਨੇ ਉਹ ਪਿੰਡਾਂ 'ਚੋਂ ਉੱਠ ਕੇ ਆਏ ਨੇ, ਕਿਸਾਨ ਪਰਿਵਾਰਾਂ ਦੇ ਵਿੱਚੋਂ ਆਏ ਨੇ। ਇਸ ਚੁੱਪੀ ਦਾ ਕੀ ਕਾਰਨ ਹੁੰਦਾ ਕਿ ਜਦੋਂ ਸਿਆਸਤ ਵਿਰੁੱਧ ਖੜਨਾ ਹੁੰਦਾ? ਆਮ ਸਵਾਲ ਇਹਨਾਂ ਇਸ ਤਰ੍ਹਾਂ ਦੇ ਕੀਤੇ ਜਾਂਦੇ ਆ, ਪੁਰਾਣੇ ਵੇਲਿਆਂ ਤੋਂ ਵੀ ਚੱਲਦੇ ਆਉਂਦੇ, ਵੀ ਲੋਕ ਕਹਿੰਦੇ ਸੀਗੇ ਵੀ ਭਾਈ ਵੀਰ ਸਿੰਘ ਨੇ ਜਲਿਆਂਵਾਲੇ ਬਾਗ ਬਾਰੇ ਕਿਉਂ ਨਹੀਂ ਲਿਖਿਆ, ਉਹ ਤਾਂ ਅੰਮ੍ਰਿਤਸਰ 'ਚ ਰਹਿ ਰਹੇ ਸੀਗੇ, ਹੈ ਨਾ। ਹਾਲਾਂਕਿ ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੇ ਲਿਖਿਆ। ਤੇ ਇਸ ਗੱਲ 'ਤੇ ਉਹਨਾਂ ਦੀ ਬਹੁਤ ਆਲੋਚਨਾ ਹੁੰਦੀ ਰਹੀ, ਹੈ ਨਾ। ਤਾਂ ਲੇਖਕ ਜੇ ਚਾਹੇ ਵੀ ਤਾਂ ਉਹ ਕੋਈ ਸਾਰੇ ਫਰੰਟਾਂ 'ਤੇ ਨਹੀਂ ਲੜ ਸਕਦਾ ਹੁੰਦਾ, ਮਤਲਬ ਜੇ ਚਾਹੇ ਵੀ ਤਾਂ ਕੁਛ ਕੰਮ ਜਿਵੇਂ ਲੀਡਰਾਂ ਦੇ ਕਰਨ ਵਾਲੇ ਆ, ਜਿਹੜੇ ਲੀਡਰਸ਼ਿਪ ਉਸ ਤਰ੍ਹਾਂ ਦੀ ਹੈਗੀ ਆ। ਹੁਣ ਉਦਾਹਰਨ ਦੇ ਤੌਰ 'ਤੇ ਮੈਂ ਉੱਥੇ ਚਲੋ ਮੋਰਚਿਆਂ ਦੇ ਵਿੱਚ ਵੀ ਮੰਨ ਲਓ ਕਵਾਂ ਲੜਦਾ ਰਵਾਂ, ਇੱਥੇ ਤਾਂ ਖਾਸ ਤੌਰ 'ਤੇ ਮਾਹੌਲ ਹੈ ਵੀ ਜਿਵੇਂ ਲੋਕ ਕਹਿੰਦੇ ਆ ਕਿ ਵੀ ਇੱਕ ਪ੍ਰੋਫੈਸਰ ਨੂੰ ਦੂਜੀਆਂ ਚੀਜ਼ਾਂ ਲਈ ਵੀ ਲੜਨਾ ਚਾਹੀਦਾ। ਮੈਂ ਕਹਿੰਦਾ ਵੀ ਜਿਹੜਾ ਕੰਮ 'ਤੇ ਉਹ ਲੱਗਿਆ ਉਹ ਤਾਂ ਚੰਗੀ ਤਰ੍ਹਾਂ ਕਰਦਾ ਨਹੀਂ, ਉਹ ਤਾਂ ਚੰਗੀ ਤਰ੍ਹਾਂ ਕਰੇ, ਉਹੋ ਹੀ ਚੰਗੀ ਤਰ੍ਹਾਂ ਕਰ ਲੇ ਤਾਂ ਇਹ ਵੀ ਉਹਦੀ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਤੇ ਜੇ ਕੋਈ ਬੰਦਾ ਕਹੇ ਵੀ ਨਹੀਂ ਮੈਂ ਤਾਂ ਹੁਣ ਸਾਰਾ ਕੁਛ ਹੀ ਮਤਲਬ ਕਰਨਾ ਹੈ ਕਿਉਂਕਿ ਮੈਂ ਸਮਾਜ ਦੇ ਵਿੱਚ ਪ੍ਰੋਗਰੈਸਿਵ ਕਹਾਉਣਾ ਅਤੇ ਮੈਂ ਕਿਸਾਨਾਂ ਦਾ ਹਮਦਰਦ ਕਹਾਉਣਾ ਵੀ ਨਾਲ, ਹੈ ਨਾ। ਇਸ ਤਰ੍ਹਾਂ ਜੇ ਮੈਂ ਮੰਨ ਲਓ ਇਹ ਚੀਜ਼ਾਂ ਐਂ ਤਾਂ ਨਹੀਂ ਵੀ ਮੈਂ ਉਹ ਵੇਖਦਾ ਨਹੀਂ ਜਾਂ ਸਮਝਦਾ ਨਹੀਂ, ਹੈ ਨਾ। ਸਪੋਜ਼ ਕਰੋ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾਵਲ ਲਿਖਦਾ, ਕੋਈ ਕਹਾਣੀ ਲਿਖਦਾ, ਜੇ ਮੈਂ ਕਹਾਣੀ ਕਾਰਗਿਲ ਕਿਸਾਨੀ ਖੁਦਕਸ਼ੀਆਂ ਬਾਰੇ, ਮੈਨੂੰ ਲੱਗਦਾ ਉਹ ਪੰਜਾਬੀ ਦੇ ਵਿੱਚ ਸ਼ਾਇਦ ਪਹਿਲੀ ਕਹਾਣੀ ਹੀ ਸੀਗੀ, ਹੈ ਨਾ। ਉਹ ਕਿਸੇ ਦਰਦ 'ਚੋਂ ਹੀ ਲਿਖੀ ਆ, ਹੈ ਨਾ। ਜੇ ਹੁਣ ਆਪਾਂ ਕ੍ਰਾਈਟੇਰੀਆ ਫੇਸਬੁੱਕ ਦੇ ਵਾਲ ਨੂੰ ਬਣਾ ਲਾਂਗੇ ਨਹੀਂ, ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਨਾ ਕਿ ਕਲਮ ਹੈ ਜਿਹੜੀ ਕਈ ਵਾਰ ਤਲਵਾਰ ਤੋਂ ਵੀ ਤਿੱਖੀ ਹੋ ਜਾਂਦੀ ਹੈ। ਜਦੋਂ ਉਦੋਂ ਵੀ ਮੈਨੂੰ ਐਂ ਲੱਗਦਾ ਵੀ ਕਲਮ ਦੀ ਨਾ ਸ਼ਕਤੀ ਨੂੰ ਅਸਲ 'ਚ ਘਟਾਇਆ ਜਾਂਦਾ, ਵਧਾਇਆ ਨਹੀਂ ਜਾਂਦਾ। ਵੀ ਕਲਮ ਨੇ ਹਥਿਆਰ ਦਾ ਕੰਮ ਨਹੀਂ ਕਰਨਾ।
ਤਲਵਾਰ ਤੋਂ ਤਿੱਖੀ ਹੋਣ ਦਾ ਮਤਲਬ ਹੈ ਵੀ ਇਹਦਾ ਵਾਰ ਜ਼ਿਆਦਾ ਡੂੰਘੇ ਹੁੰਦੇ ਆ, ਹੈ ਨਾ। ਡੂੰਘੇ ਮਤਲਬ ਇਹ ਕਿ ਵੀ ਜੇ ਸਪੋਜ਼ ਕਰੋ ਮੇਰੀ ਮਤਲਬ ਕਹਾਣੀ ਉਹ ਕਾਰਗਿਲ ਤੇ ਫਿਰ ਨਾਟਕ ਬਣੇ, ਫਿਰ ਫਿਲਮਾਂ ਬਣੀਆਂ ਤੇ ਉਹ ਲੱਖਾਂ ਲੋਕਾਂ ਦੇ ਵਿੱਚ ਗਏ, ਤੇ ਜੇ ਮੈਂ ਇੱਕ ਧਰਨੇ ਦੇ ਵਿੱਚ ਜਾਵਾਂ ਤਾਂ ਮੈਂ ਤਾਂ ਇੰਡੀਵਿਜੂਅਲ ਦੇ ਤੌਰ ਤੇ ਜਾਊਂਗਾ। ਹੋ ਸਕਦਾ ਉੱਥੇ ਵੀ ਮੈਨੂੰ ਕੋਈ ਬੋਲਣ ਹੀ ਨਾ ਦੇਵੇ, ਉਹ ਕਹਿਣ ਵੀ ਇੱਥੇ ਤਾਂ ਕਿਸਾਨ ਯੂਨੀਅਨ ਵਾਲਿਆਂ ਨੇ ਭਾਈ ਗੱਲ ਕਰਨੀ ਤੇ ਤੂੰ ਕੌਣ ਹੈ ਨਾ। ਜਾਣੀ ਕਹਿਣ ਤੋਂ ਭਾਵ ਕਿ ਇਸ ਗੱਲ ਨੂੰ ਵੀ ਟ੍ਰੈਂਡ ਨੂੰ ਨਾ ਥੋੜ੍ਹਾ ਰੋਕਣਾ ਚਾਹੀਦਾ ਕਿ ਅਸੀਂ ਬੰਦਿਆਂ ਦੀ ਜਿਹੜੀ ਪਛਾਣ ਜਾਂ ਉਹਨਾਂ ਬਾਰੇ ਵਿਸ਼ੇਸ਼ਣ ਜਾਂ ਉਹਨਾਂ ਬਾਰੇ ਕੋਈ ਮਾੜੇ ਇਸ ਤਰ੍ਹਾਂ ਦੇ ਵਿਸ਼ੇਸ਼ਣ ਜਿਹੜੇ ਲਾਉਣੇ ਆ ਉਹ ਅਸੀਂ ਕਈ ਵਾਰੀ ਨਾ ਬਹੁਤ ਕਾਹਲੀ ਚਲਾ ਲੈਂਦੇ ਹਾਂ। ਬਿਲਕੁਲ। ਤੇ ਕਈ ਵਾਰੀ ਉਹਨੂੰ ਹਵਾ ਦੇਣ ਲਈ ਵੀ ਐਂ ਕਾਹਲੀ 'ਚ ਕਰ ਲੈਂਦੇ ਹੈਗੇ ਆ, ਹੈ ਨਾ। ਲੇਖਕ ਦਾ ਕੰਮ ਮਤਲਬ ਹੋਰ ਹੈ। ਕਿਸੇ ਮੈਂ ਇੱਕ ਆਮ ਉਦਾਹਰਨ ਦਿੰਦਾ, ਕਿਸੇ ਨੇ ਕਹਿੰਦੇ ਵੀ ਮੈਕਸਿਮ ਗੋਰਕੀ ਨੂੰ ਕਿਹਾ ਕਿ ਵੀ ਦੇਸ਼ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੁਝ ਹੋ ਹੀ ਜਾ ਰਿਹਾ ਤੇ ਵੀ ਤੁਹਾਨੂੰ ਇਕੱਲੀਆਂ ਕਹਾਣੀਆਂ ਨਾਵਲ ਹੀ ਲਿਖੀ ਜਾਣੇ ਆ ਤੁਸੀਂ ਕਿ ਮਤਲਬ ਲੈਨਨ ਵਾਂਗੂ ਜਿਹੜਾ ਹੈਗਾ ਉਹ ਮੈਦਾਨ ਦੇ ਵਿੱਚ ਵੀ ਜਾ ਕੇ ਕੁਛ ਕਰਨਾ। ਉਹ ਕਹਿੰਦਾ ਵੀ ਮੈਂ ਸੋਚਦਾ ਕਿ ਬੰਦੇ ਦੇ ਵਿੱਚ ਨਾ ਕਹਾਣੀਆਂ ਲਿਖਣ ਦੀ ਵੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਯੋਗਤਾ, ਤੇ ਲੈਨਨ ਵਾਂਗ ਨਾ ਲੜਨ ਦੀ ਵੀ ਮੈਦਾਨ ਦੇ ਵਿੱਚ ਹੋਣੀ ਚਾਹੀਦੀ ਹੈ ਸਮਝ ਸੂਝ, ਹੈ ਨਾ। ਪਰ ਜੇ ਦੋਵੇਂ ਨਾ ਹੋਣ ਤੇ ਜਿਹੜੀ ਹੈਗੀ ਹੈ ਨਾ ਉਹ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ ਨਾ। ਵੀ ਜੇ ਤੁਸੀਂ ਕਹਾਣੀ ਚੰਗੀ ਲਿਖ ਸਕਦੇ ਆ, ਜੇ ਤੁਸੀਂ ਨਾਵਲ 'ਚ ਇਸ ਫਰੰਟ ਤੇ ਵੀ ਤਾਂ ਲੋਕ ਚਾਹੀਦੇ ਆ ਕਿ ਨਹੀਂ ਚਾਹੀਦੇ। ਬਿਲਕੁਲ। ਤੁਸੀਂ ਨਾਟਕ ਕਰਨ ਵਾਲੇ ਬੰਦੇ ਵੀ ਤਾਂ ਚਾਹੀਦੇ ਆ, ਫਿਲਮਾਂ ਬਣਾਉਣ ਵਾਲੇ ਵੀ ਚਾਹੀਦੇ, ਤੇ ਜੇ ਫਿਲਮ ਬਣਾਉਣ ਵਾਲੇ ਬੰਦੇ ਦਾ ਅਸੀਂ ਉਹਨੂੰ ਇਸ ਗੱਲ ਤੇ ਮਾਪਾਂਗੇ ਕਿ ਵੀ ਤੂੰ ਭਾਈ ਧਰਨੇ 'ਚ ਤਾਂ ਗਿਆ ਨਹੀਂ, ਨਾ ਫੇਸਬੁੱਕ ਤੇ ਪਾਇਆ ਕੁਛ, ਹੈ ਨਾ। ਫੇਸਬੁੱਕ ਤੇ ਜਿਹੜੇ ਸਾਰੇ ਲੋਕ ਪਾਉਂਦੇ, ਕੀ ਤੁਹਾਨੂੰ ਲੱਗਦਾ ਕਿ ਵੀ ਉਹ ਕਿਸਾਨਾਂ ਦੇ ਹਮਦਰਦ ਹੈ? ਬਿਲਕੁਲ ਹੋ ਸਕਦਾ ਹੈ ਨਾ। ਕੁਛ ਉਹ ਤਾਂ ਤੁਸੀਂ ਆਪਦੀ ਵਾਹ ਖੱਟਣ ਵਾਸਤੇ ਵੀ ਉਹ ਮਤਲਬ ਕਰਦੇ। ਮੈਂ ਇੱਕ ਉਦਾਹਰਨ ਇਹਦੇ ਵਾਸਤੇ ਕੱਲ੍ਹ ਹੀ ਕਿਤੇ ਡਿਸਕਸ਼ਨ 'ਚ ਦਿੱਤੀ ਕਿ ਵੀ ਜਦੋਂ ਜਿਵੇਂ ਆ ਮਜ਼ਦੂਰ ਸੜਕਾਂ 'ਤੇ ਗਏ ਕਰੋਨਾ ਵੇਲੇ ਤਾਂ ਲੋਕਾਂ ਨੇ ਬਹੁਤ ਮਤਲਬ ਪੋਸਟਾਂ ਪਾਈਆਂ ਇਸ ਤਰ੍ਹਾਂ ਦੀਆਂ ਕਿ ਵੀ ਸਾਨੂੰ ਬਹੁਤ ਜ਼ਿਆਦਾ ਉਹਨਾਂ ਨਾਲ ਹਮਦਰਦੀ ਹੈ। ਉਹ ਮਜ਼ਦੂਰ ਤਾਂ ਉਦੋਂ ਪਹਿਲਾਂ ਵੀ ਉਹੋ ਜਿਹੀ ਜ਼ਿੰਦਗੀ ਜਿਉਂ ਰਹੇ ਆ ਤੇ ਹੁਣ ਵੀ ਉਹੋ ਜਿਹੀ ਜਿਉਂ ਰਹੇ। ਹੁਣ ਫਿਰ ਅਸੀਂ ਕੀ ਕਰ ਰਹੇ ਉਹਨਾਂ ਵਾਸਤੇ? ਬਸ ਇੱਕ ਪੋਸਟ ਪਾਤੀ ਤਾਂ ਮੇਰੀ ਜ਼ਿੰਮੇਵਾਰੀ ਖਤਮ ਹੋ ਗਈ, ਬਸ ਮੇਰਾ ਫਰਜ਼ ਪੂਰਾ ਹੋ ਗਿਆ, ਬਸ ਮੈਂ ਬਣ ਗਿਆ ਨਾਇਕ ਉਹਦੇ ਨਾਲ, ਹੈ ਨਾ। ਗੱਲ ਮਤਲਬ ਥੋੜ੍ਹੀ ਜਿਹੀ ਇਹਨੂੰ ਮੈਂ ਸੋਚਦਾ ਕਿ ਇਹਨਾਂ ਮਸਲਿਆਂ ਨੂੰ ਨਾ ਥੋੜ੍ਹਾ ਜਿਹਾ ਡੂੰਘਾਈ ਨਾਲ ਸੋਚਣ ਦੀ ਲੋੜ ਹੈ। ਜੇ ਜਿਹੜਾ ਪ੍ਰੋਫੈਸਰ ਪੜ੍ਹਾਉਂਦਾ ਉਹ ਚੱਜ ਨਾਲ ਪੜ੍ਹਾਈ ਜਾਵੇ, ਵਿੱਚ ਕਿਸਾਨਾਂ ਦੇ ਜਵਾਕ ਵੀ ਤਾਂ ਹੋਣਗੇ ਜਿਨ੍ਹਾਂ ਨੂੰ ਕੱਲ੍ਹ ਨੂੰ ਇਹਨਾਂ ਮਸਲਿਆਂ ਨਾਲ ਨਾ ਜੂਝਣਾ ਪਵੇ, ਉਹ ਚੱਜ ਨਾਲ ਪੜ੍ਹਾਈ ਜਾਵੇ, ਮੈਨੂੰ ਲੱਗਦਾ ਕਿ ਉਹ ਵੀ ਕੰਟਰੀਬਿਊਟ ਕਰ ਰਿਹਾ। ਬਿਲਕੁਲ। ਕੋਈ ਲੇਖਕ ਹੈ ਉਹ ਚੱਜ ਨਾਲ ਉਹਨਾਂ ਦੇ ਲਿਖੀ ਜਾਵੇ, ਇਹ ਵੀ ਇੱਕ ਕੰਟਰੀਬਿਊਸ਼ਨ ਆ। ਤੇ ਨਹੀਂ ਤਾਂ ਫਿਰ ਕੀ ਕਹਿੰਦੇ ਹੁੰਦੇ ਆ ਕਿ ਵੀ ਕਿਸੇ ਦੂਜੇ ਦੇ ਕੰਮ ਦੇ ਵਿੱਚ ਅਸੀਂ ਜੋ ਕਰਨ ਦੇ ਯੋਗ ਨਹੀਂ ਹੋਵਾਂਗੇ ਤੇ ਅਸੀਂ ਬਲਕਿ ਉਦੋਂ ਛਿੱਥੇ ਹੀ ਪਾਵਾਂਗੇ ਮੇਰੇ ਹਿਸਾਬ ਨਾਲ, ਹੈ ਨਾ। ਖ਼ਾਸ ਤੌਰ 'ਤੇ ਜਿਸ ਤਰ੍ਹਾਂ ਦੇ ਜੇ ਤੈਨੂੰ ਦੂਜੇ ਪਾਸੇ ਤੋਂ ਖੜ੍ਹ ਕੇ ਵੀ ਵੇਖਣਾ ਹੋਵੇ, ਜਿਸ ਤਰ੍ਹਾਂ ਦੀ ਜ਼ਿੰਦਗੀ ਮੰਨ ਲਓ ਮੈਂ ਜਿਉਣ ਲੱਗ ਪਿਆ, ਜਿਸ ਤਰ੍ਹਾਂ ਦੀ ਮਾਹੌਲ ਮੈਨੂੰ ਚਾਹੀਦਾ ਕੰਮ ਕਰਨ ਵਾਸਤੇ, ਜਿਸ ਤਰ੍ਹਾਂ ਦਾ, ਹੈ ਨਾ, ਜਿਹਦੇ 'ਚ ਮੇਰੀ ਟ੍ਰੇਨਿੰਗ ਹੋ ਗਈ, ਮੇਰੇ ਤੋਂ ਜੇ ਉਹ ਮੈਂ ਕੰਮ ਕਰਨਾ ਵੀ ਚਾਹਾਂ ਤਾਂ ਮੈਂ ਚੰਗੀ ਤਰ੍ਹਾਂ ਨਹੀਂ ਕਰ ਸਕੂੰਗਾ, ਹੈ ਨਾ। ਉਹ ਕਰੂੰਗਾ ਫਿਰ ਨਹੀਂ। ਤੁਸੀਂ ਦੂਜੇ ਪਾਸੇ ਦੇਖੋ, ਐਡਾ ਵੱਡਾ ਸੰਕਟ ਚੱਲ ਰਿਹਾ, ਉਹਦੇ ਬਾਰੇ ਲਿਖਤਾਂ ਕਿੰਨੀਆਂ ਕੁ ਵਧੀਆ ਆ ਰਹੀਆਂ ਮੰਨ ਲਓ। ਇਹ ਸਵਾਲ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਵੀ ਬਈ ਇੰਨਾ ਮਤਲਬ ਸਾਡੇ ਇਹੋ ਜਿਹੀਆਂ ਸੰਕਟ ਰਹੇ ਆ
ਉਹਦਾ ਮਤਲਬ ਕੀ ਹੈ ਕਿ ਅਸੀਂ ਅਜੇ ਤੱਕ ਵੀ ਜਾਨੀ ਇਸ ਕੰਮ ਨੂੰ, ਲਿਖਣ ਪੜ੍ਹਨ ਵਾਲੇ ਕੰਮ ਨੂੰ ਜਾਂ ਉਹਦੇ ਬਾਰੇ ਸਮਝ ਬਣਾਉਣ ਵਾਲੇ ਕੰਮ ਨੂੰ ਇੰਨਾ ਮਹੱਤਵ ਨਹੀਂ ਦਿੰਦੇ ਵੀ ਅਸੀਂ ਇਹ ਵੀ ਕੰਮ ਕਰਨ ਵਾਲਾ ਹੁੰਦਾ। ਤੁਸੀਂ ਬਹੁਤ ਸਾਰੇ ਲੋਕ ਵੇਖੋਗੇ ਇਸ ਤਰ੍ਹਾਂ ਦੇ ਕਿ ਜਿਵੇਂ ਹੁਣ ਮੰਨ ਲਓ ਕਿਸਾਨੀ ਵਾਲਾ ਮਸਲਾ ਹੀ ਚੱਲ ਰਿਹਾ, ਤੁਸੀਂ ਚੈਨਲਾਂ 'ਤੇ ਡਿਸਕਸ਼ਨ ਸੁਣ ਲਓ, ਬਿਲਕੁਲ ਮਤਲਬ ਉਹਦੇ ਬਾਰੇ ਸਹੀ ਤਰ੍ਹਾਂ ਨਾਲ ਦੱਸਣ ਵਾਲੇ ਬੰਦੇ ਹੀ ਸਾਡੇ ਕੋਲੇ ਬਹੁਤ ਘੱਟ ਹੈ, ਬਿਲਕੁਲ, ਜਿਹੜੇ ਉਹਨੂੰ ਦੱਸ ਸਕਣ। ਇੱਥੋਂ ਤੱਕ ਕਿ ਅਸੀਂ ਸੰਸਦ ਦੇ ਵਿੱਚ ਜਾ ਕੇ ਵੀ ਨਾ ਭਾਸ਼ਣ ਲੀਡਰਾਂ ਵਾਲਾ ਤਾਂ ਕਰ ਦਿਆਂਗੇ, ਪਰ ਉਹਦੀ ਸਮਝ ਵਾਲਾ ਜਿਹੜਾ ਕਰਨਾ ਹੈ ਨਾ, ਉਹ ਬਹੁਤ ਔਖਾ। ਮੈਂ ਪਿਛਲੇ ਦਿਨਾਂ ਦਾ ਵੇਖ ਰਿਹਾ ਇਸ ਤਰ੍ਹਾਂ ਚੈਨਲ, ਚਲੋ ਇਹ ਸਾਡਾ ਕੋਈ ਉਸ ਤਰ੍ਹਾਂ ਦਾ ਵਿਸ਼ਾ ਨਹੀਂਗਾ, ਤੇ ਮੈਂ ਸੋਚਦਾ ਇਹਦੇ ਬਾਰੇ। ਇਵੇਂ ਪੰਜਾਬੀ ਵਾਲਾ ਮਸਲਾ ਵੀ ਐਵੇਂ ਹੀ ਆ, ਲੋਕ ਆਮ ਹੀ ਸਵਾਲ ਕਰਦੇ ਕਿ ਤੁਹਾਡੇ ਬੱਚੇ ਤਾਂ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ, ਤੁਸੀਂ ਕੀ ਪੰਜਾਬੀ ਦੇ ਪ੍ਰੋਫੈਸਰ ਹੋ, ਮਤਲਬ ਤੁਹਾਨੂੰ ਤਾਂ ਹੱਕ ਹੀ ਨਹੀਂ ਜਾਣੀ, ਹੈ ਨਾ, ਇਹੀ ਸਵਾਲ ਕਰਦੇ ਲੋਕ। ਬਿਲਕੁਲ ਹੈ ਨਾ। ਪਰ ਸਰ ਇਹਦੇ 'ਚ ਵੀ ਅਸੀਂ ਕਿਤੇ ਨਾ ਕਿਤੇ ਕਸੂਰਵਾਰ ਫਿਰ ਅਸੀਂ ਸਰਕਾਰਾਂ ਨੂੰ ਠਹਿਰਾ ਦਿੰਦੇ ਹਾਂ ਵੀ ਸਰਕਾਰੀ ਸਕੂਲਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਨਾ, ਉਹਦੇ 'ਚ ਬੱਚਾ ਕਿਸ ਤਰੀਕੇ ਨਾਲ, ਜਾਂ ਤਾਂ ਉਹਨਾਂ ਚੀਜ਼ਾਂ ਦਾ ਢਾਂਚਾ ਵੀ ਬਿਲਕੁਲ ਉਸ ਤਰੀਕੇ ਨਾਲ ਬਣਾਇਆ ਜਾਵੇ। ਜਿੱਥੋਂ ਤੱਕ ਹੁਣ ਮੰਨ ਲਓ ਮੈਂ ਆ ਗਿਆ, ਕਹਿ ਲਓ, ਹਾਂਜੀ, ਹੁਣ ਮੈਂ ਆਪਦੇ ਬੱਚਿਆਂ ਨੂੰ ਮਤਲਬ ਕਿ ਮੈਂ ਉਹਨਾਂ ਨੇ ਖੇਤੀ ਕਰਨੀ ਹੈ, ਉਹਨਾਂ ਨੇ ਵੀ ਉਹਨਾਂ ਨੂੰ ਖੇਤੀ ਲਈ ਭੇਜਣਾ, ਵੀ ਮੈਂ ਉਹਨਾਂ ਨੂੰ ਹੁਣ ਉੱਥੇ ਭੇਜਾਂ ਜਿੱਥੇ ਉਹ ਪਾਸ ਹੀ ਨਾ ਹੋਣ, ਜਿੱਥੇ ਉਹਨਾਂ ਨੂੰ ਕੁਛ ਸਮਝ ਹੀ ਨਾ ਆਵੇ ਜਾਂ ਕੋਈ ਉਸ ਤਰ੍ਹਾਂ ਦੀ। ਉਹ ਵੀ ਤਾਂ ਇੱਕ ਮਾਹੌਲ 'ਚ ਜੰਮੇ ਪਲੇ ਆ, ਹੈ ਨਾ, ਉਹ ਜਿਹੜੇ ਮਾਹੌਲ 'ਚ ਜੰਮੇ ਪਲੇ ਉਹਦੇ ਮੁਤਾਬਕ ਚੀਜ਼ਾਂ ਚਾਹਣਗੇ ਉਹ। ਹਾਂਜੀ, ਸਵਾਲ ਮੇਰੇ ਮਨ ਦੇ ਵਿੱਚ ਹੋਰ ਵੀ ਬਹੁਤ ਨੇ, ਪਰ ਸਮਾਂ ਕਾਫੀ ਹੋ ਗਿਆ ਆਪਾਂ ਨੂੰ। ਪੰਜਾਬੀ ਸਾਹਿਤ ਦੇ ਵਿੱਚ ਧੜੇਬੰਦੀ ਵੀ ਬਹੁਤ ਆ, ਤੁਸੀਂ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਹੋ ਨਾ। ਇੱਕ ਧੜਾ ਜਿਵੇਂ ਵਰਿਆਮ ਸਿੰਘ ਸੰਧੂ ਹੋਣਾ ਦਾ, ਇੱਕ ਹੋਰ ਤਰ੍ਹਾਂ ਉਸਦੇ ਵਿਰੁੱਧ ਜਿਹੜਾ ਖੜਾ ਹੈ, ਉਹਦੇ ਵਿੱਚ ਬਹੁਤ ਸਾਰੇ ਲੇਖਕ ਨੇ ਜਿਹੜੇ ਭੁਗਤਦੇ ਵੀ ਨੇ, ਸਨਮਾਨ ਵੀ ਜਿਨ੍ਹਾਂ ਨੂੰ ਮਿਲਣੇ ਹੁੰਦੇ ਨੇ ਉਹ ਵੀ ਵਾਂਝੇ ਰਹਿ ਜਾਂਦੇ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ, ਪਰ ਸਮਾਂ ਬਹੁਤ ਹੋਣ ਕਰਕੇ ਅਖੀਰ ਇੱਕ ਸਵਾਲ ਹੈ ਕਿ ਹੁਣ ਦੀ ਜਿਹੜੀ ਵਰਤਮਾਨ ਦੀ ਕਹਾਣੀ ਆ, ਅਜੋਕੀ ਕਹਾਣੀ ਆ, ਉਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਪੰਜਾਬੀ ਕਹਾਣੀ ਬਾਰੇ ਇੱਕ ਗੱਲ ਕਹੀ ਜਾਂਦੀ ਹੈਗੀ ਹੈ ਕਿ ਇਸ ਪੱਖੋਂ ਪੰਜਾਬੀ ਦੀ ਕਹਾਣੀ ਬਹੁਤ ਸਮਰੱਥ ਹੈ ਕਿ ਮੁੱਢ ਤੋਂ ਲੈ ਕੇ, ਆਪਣੇ ਜਨਮ ਤੋਂ ਲੈ ਕੇ ਇਹ ਆਪਣੀਆਂ ਮੌਜੂਦਾ ਪਰਿਸਥਿਤੀਆਂ ਦੇ ਰੂਬਰੂ ਹੋ ਕੇ ਚੱਲਦੀ ਰਹੀ ਹੈ। ਜੇ ਤੁਸੀਂ ਮੁੱਢ 'ਤੇ ਝਾਤੀ ਮਾਰ ਲਓਗੇ ਤਾਂ ਤੁਹਾਨੂੰ ਲੱਗੂਗਾ ਕਿ ਕਿਉਂਕਿ ਉਦੋਂ ਸਾਡੇ ਬਸਤੀਵਾਦੀ ਹਕੂਮਤ ਚੱਲ ਰਹੀ ਸੀ, ਅਤੇ ਸਾਡੀ ਕਹਾਣੀ ਜਿਹੜੀ ਸੀਗੀ ਉਹਦੇ ਵਿਰੋਧ ਦੇ ਵਿੱਚ ਜਿਹੜੀ ਹੈਗੀ ਆਪਣੀ ਆਵਾਜ਼ ਉਠਾਉਂਦੀ ਸੀ, ਉਹਨੂੰ ਸਮਝਣ ਦਾ ਯਤਨ ਵੀ ਕਰਦੀ ਸੀ ਅਤੇ ਬਦਲਣ ਦਾ ਯਤਨ ਵੀ ਕਰਦੀ ਸੀ ਉਸ ਮਾਹੌਲ ਨੂੰ, ਹੈ ਨਾ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਪਰਿਸਥਿਤੀਆਂ ਬਦਲਦੀਆਂ ਗਈਆਂ, ਗੱਲ ਬਹੁਤੀ ਲੰਬੀ ਹੋ ਜੂਗੀ, ਉਸੇ ਤਰ੍ਹਾਂ ਪੰਜਾਬੀ ਕਹਾਣੀ ਵੀ ਬਦਲਦੀ ਗਈ। ਹਾਂਜੀ, ਹੁਣ ਅਸੀਂ ਪਿਛਲੇ ਸਮੇਂ ਤੋਂ ਜਿਹੜੇ ਮਾਹੌਲ 'ਚ ਰਹਿ ਰਹੇ ਹਾਂ ਉਹਨੂੰ ਗਲੋਬਲਾਈਜੇਸ਼ਨ ਦਾ ਦੌਰ ਅਸੀਂ ਕਹਿੰਦੇ ਹਾਂ, ਅਤੇ ਇਹ ਜਿਹੜਾ ਵਿਸ਼ਵੀਕਰਨ ਦਾ ਦੌਰ ਹੈਗਾ, ਇਹਦੇ ਵਿੱਚ ਵੀ ਪੰਜਾਬੀ ਕਹਾਣੀ ਨੇ ਇਸ ਚੁਣੌਤੀ ਨੂੰ ਬਹੁਤ ਚੰਗੀ ਤਰ੍ਹਾਂ ਸਵੀਕਾਰ ਕੀਤਾ ਹੋਇਆ। ਹਾਂਜੀ, ਅਤੇ ਚਾਹੇ ਹੁਣ ਕਿਸਾਨੀ ਵਾਲਾ ਮਸਲਾ ਹੀ ਹੈ ਜੇ 'ਤੇ ਗੱਲ ਕਰਕੇ ਹਟੇ ਹਾਂ, ਬਹੁਤ ਸਾਡੇ ਚੰਗੀਆਂ ਕਹਾਣੀਆਂ, ਇਹ ਜਿਹੜਾ ਜਦੋਂ ਤੋਂ ਕਾਰਪੋਰੇਟ ਘਰਾਣਿਆਂ ਦੀ ਗੱਲ ਬਹੁਤੀ ਹੋਣ ਲੱਗੀ ਹੈ, ਜਦੋਂ ਤੋਂ ਇਸ ਤਰ੍ਹਾਂ ਦੀ ਗੱਲ ਹੋਣ ਲੱਗੀ, ਤਾਂ ਕਿਸਾਨੀ ਦਾ ਦੁਖਾਂਤ ਵੀ ਸ਼ੁਰੂ ਹੋਇਆ ਨਾਲ, ਹੈ ਨਾ। ਜਦੋਂ ਮੰਡੀ ਦਾ ਹਿੱਸਾ ਬਣ ਗਏ ਅਸੀਂ, ਅਤੇ ਉਸ ਤਰ੍ਹਾਂ ਨਾਲ ਤਾਂ ਸਾਡੀਆਂ ਫਸਲਾਂ ਜਿਨਸਾਂ ਬਣ ਗਈਆਂ, ਕਹਿ ਲਓ। ਹੁਣ ਅਸੀਂ ਹਰ ਚੀਜ਼ ਵੇਚਣ ਦੇ ਨਜ਼ਰੀਏ ਤੋਂ ਹੀ ਵੇਖਾਂਗੇ, ਕਿਉਂਕਿ ਉਵੇਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਤਾਂ ਇਹਦੇ ਬਾਰੇ ਬੜੀਆਂ ਖੂਬਸੂਰਤ ਕਹਾਣੀਆਂ ਲੋਕਾਂ ਨੇ ਜਿਹੜੀਆਂ ਲਿਖੀਆਂ। ਬਲਜਿੰਦਰ ਨਸਰਾਲੀ ਦੀ ਇੱਕ ਬੜੀ ਮਤਲਬ ਲੰਬੀ ਕਹਾਣੀ ਹੈਗੀ ਹੈ, ਜੇ ਆਪਣੀ ਬਿਰਥਾ ਕਹੂੰ। ਜਿਵੇਂ ਕਿ ਇੱਕ ਕਿਸਾਨ ਸਾਰਾ ਕੁਛ ਕਰਨ ਦਾ ਯਤਨ ਕਰਦਾ, ਜਿਹੜੇ ਲੋਕ ਸੁਝਾਅ ਦਿੰਦੇ ਆ ਵੀ ਤੂੰ ਸਬਜ਼ੀ ਵੇਚ ਲਿਆ ਕਰ, ਤੂੰ ਆਹ ਕਰ ਲਿਆ ਕਰ, ਤੂੰ ਡਰਾਈਵਰ ਬਣ ਜਾ, ਤੂੰ ਉੱਥੇ ਪਾਠੀ ਬਣ ਜਾ, ਤੂੰ ਫਲਾਣਾ, ਇਹ ਸਭ ਕੁਛ ਕਰਕੇ ਵੇਖਦਾ, ਕਿਸੇ ਚੀਜ਼ 'ਚ ਪਾਸ ਨਹੀਂ ਹੁੰਦਾ, ਫੇਲ ਹੋਈ ਜਾਂਦਾ। ਇਸੇ ਤਰ੍ਹਾਂ ਹੀ ਮਤਲਬ ਕਈ ਵਾਰੀ ਕਿਹਾ ਜਾਂਦਾ ਹੈ ਕਿ ਵੀ ਜਿਹੜਾ ਕਿਸਾਨ ਹੈਗਾ, ਇਹ ਜਿਹੜੀ ਜ਼ਮਾਨੇ ਦੇ ਨਾਲ ਜਿਹੜਾ ਉਹਦੇ ਵਪਾਰੀ, ਇਹਦੇ 'ਚ ਨੇਚਰ ਹੈ ਨਹੀਂ ਉਸ ਤਰ੍ਹਾਂ ਦੀ ਵੀ
ਉਵੇਂ ਨਹੀਂ, ਇੰਟਰਪ੍ਰੀਨਿਓਰਸ਼ਿਪ ਹੈ ਨਹੀਂ। ਹਾਂਜੀ। ਕੇਸਰਾ ਰਾਮ ਦੀ ਇੱਕ ਬੜੀ ਮਸ਼ਹੂਰ ਕਹਾਣੀ ਬੁਲਬੁਲਿਆਂ ਦੀ ਕਾਸ਼ਤ। ਬੰਦਾ ਸ਼ੇਅਰ ਮਾਰਕੀਟ ਰਾਹੀਂ ਤੇ ਸਾਰੇ ਕੁਛ ਰਾਹੀਂ ਆਪਣੀ ਕਿਸਮਤ ਬਦਲਣੀ ਚਾਹੁੰਦਾ ਹੈ, ਹਾਂਜੀ। ਤੇ ਹੋ ਉਲਟਾ ਵਾਪਰ ਉਲਟਾ ਜਾਂਦਾ ਹੈ ਕਿ ਸਾਰਾ ਕੁਛ ਦਾ ਤੇ ਲਾ ਬੈਠਦਾ ਹੈ ਤੇ ਸਭ ਕੁਛ ਜਾਂਦਾ ਹੈ। ਬਿਲਕੁਲ। ਹੈ ਨਾ। ਮੇਰੀ ਕਹਾਣੀ ਕਾਰਗਿਲ ਸੀਗੀ, ਬਿਲਕੁਲ। ਉਹ ਇਸੇ ਵਿਸ਼ੇ ਤੇ ਸੀਗੀ ਕਿ ਵੀ ਜਿਹੜਾ ਕਿਸਾਨ ਆ ਉਹ ਆਲੇ ਦੁਆਲੇ ਤੇ ਵੇਖ ਕੇ ਆਪਦੇ ਜੀਵਨ ਪੱਧਰ ਨੂੰ ਥੋੜਾ ਉੱਚਾ ਚੱਕਣਾ ਚਾਹੁੰਦਾ ਵੀ ਯਾਰ ਮੇਰਾ ਵੀ ਥੋੜਾ ਸੋਹਣਾ ਘਰ ਹੋਵੇ, ਮੇਰੇ ਬੱਚੇ ਵੀ ਚੰਗੇ ਸਕੂਲ 'ਚ ਜਾਣ ਜਿਵੇਂ ਲੋਕਾਂ ਦੇ ਜਾਂਦੇ ਆ, ਮੇਰੇ ਵੀ 2 ਕਮਰੇ ਪੱਕੇ ਹੋਣ, ਹੈ ਨਾ, ਮੇਰੇ ਘਰੇ ਵੀ ਕੂਲਰ ਲੱਗਿਆ ਹੋਵੇ, ਇਸ ਤਰ੍ਹਾਂ ਐਂ ਸੋਚਦਾ ਉਹ ਮੈਂ ਵੀ ਥੋੜਾ ਚੰਗਾ ਜਿਉਂ, ਹੈ ਨਾ। ਇਸ ਜਿਉਣ ਦੇ ਚੱਕਰ ਦੇ ਵਿੱਚ ਉਹ ਉਹਨਾਂ ਦੇ ਟਰੈਪ 'ਚ ਫਸਦਾ ਜਾਂਦਾ ਹੈ, ਏਜੰਟਾਂ ਦੇ। ਕਰਜ਼ਾ ਇਹਦੇ ਤੇ ਜ਼ਮੀਨ ਤੇ ਲੈ ਲਿਆ, ਫਿਰ ਉਲਟਾ ਬੁਲਟੀ ਕਰ ਲਈ, ਫਿਰ ਘਰ ਤੇ ਲੈ ਲਿਆ, ਤੇ ਅੰਤ ਨੂੰ ਸਾਰੇ ਪਰਿਵਾਰ ਦੀ ਖੁਦਕਸ਼ੀ ਨਿਕਲੀ, ਹੈ ਨਾ। ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਜਾਣੀ ਇਹ ਚੁਣੌਤੀਆਂ ਜਿਹੜੀਆਂ ਪੈਦਾ ਹੋਈਆਂ, ਐਵੇਂ ਦਲਿਤ ਜੀਵਨ ਬਾਰੇ ਚੁਣੌਤੀਆਂ ਪੈਦਾ ਹੋਈਆਂ ਜਿਹੜੀਆਂ ਵਿਸ਼ਵੀਕਰਨ ਦੇ ਯੁੱਗ ਦੇ ਵਿੱਚ, ਜਿਹਨੂੰ ਲੋਕ ਅਕੈਡਮਿਕ ਭਾਸ਼ਾ ਦੇ ਵਿੱਚ ਕਹਿੰਦੇ ਵੀ ਜਿਹੜੇ ਜਿੰਨੇ ਵੀ ਹਾਸ਼ੀਆ ਗ੍ਰਸਤ ਵਰਗ ਨੇ, ਉਹਨਾਂ ਦੀਆਂ ਸਾਰਿਆਂ ਦੀਆਂ ਹੀ ਨਵੀਆਂ ਚੁਣੌਤੀਆਂ ਪੈਦਾ ਹੋਈਆਂ, ਸਮੇਤ ਔਰਤਾਂ ਦੀਆਂ, ਸਮੇਤ ਪ੍ਰਵਾਸੀਆਂ ਦੀਆਂ। ਪ੍ਰਵਾਸ ਹੁਣ ਸਾਡਾ ਕਿੱਡਾ ਵੱਡਾ ਮਸਲਾ ਬਣਿਆ ਪਿਆ, ਹੈ ਨਾ। ਔਰਤਾਂ ਦੀਆਂ ਤੁਸੀਂ ਉਹ ਬੜੀ ਮਸ਼ਹੂਰ ਕਹਾਣੀ ਜਿਹਦੀ ਵਾਰ-ਵਾਰ ਜ਼ਿਕਰ ਹੁੰਦਾ ਔਰਤਾਂ ਬਾਰੇ, ਉਹ ਤ੍ਰਿਪਤਾ ਕੇ ਸਿੰਘ ਦੀ। ਹਾਂਜੀ, ਬਿਲਕੁਲ। ਇੱਕ ਦਿਨ, ਹੈ ਨਾ, ਕਿ ਵੇਖਣ ਨੂੰ ਸਾਨੂੰ ਲੱਗਦੀ ਵੀ ਇਹ ਤਾਂ ਬਿਲਕੁਲ ਬਹੁਤ ਵਧੀਆ ਜ਼ਿੰਦਗੀ ਜਿਉਂ ਰਹੀ ਆ ਔਰਤ ਚੇਤਨਾ ਦੇ ਬਾਰੇ 'ਚ ਇਸ ਸਮੇਂ ਜੇ ਮੈਂ ਗੱਲ ਕਰਾਂ ਤ੍ਰਿਪਤਾ ਕੇ ਸਿੰਘ, ਤੇ ਹੁਣੇ ਇੱਕ ਨਾਵਲ ਆਇਆ ਕੁੜੀ ਜੋਤੀ ਬਾਵਾ ਜੀ ਦਾ, ਜਿਹੜਾ ਪੜ੍ਹਨਯੋਗ ਹੈ ਇਸ ਵਿਸ਼ਿਆਂ ਦੇ ਉੱਤੇ। ਤੇ ਜਾਣੀ ਜੇ ਅਸੀਂ ਕਹਾਣੀ ਤੇ ਚਲੋ ਸੈਂਟਰਡ ਕਰ ਰਹੇ ਹੈਗੇ, ਤੇ ਜਿਹੜੇ ਸਾਰੇ ਦੇ ਸਾਰੇ ਵਰਗ ਹਾਸ਼ੀਏ ਤੇ ਸਿੱਟ ਤੇ ਇਸ ਵਿਸ਼ਵੀਕਰਨ ਦੇ ਦੌਰ ਨੇ, ਜਿਹੜੇ ਕਿ ਸਾਰੇ ਕੁਛ ਨਾਲ ਕੋਪ ਅਪ ਨਹੀਂ ਕਰ ਪਾ ਰਹੇ, ਜਾਂ ਇਹਦੇ 'ਚ ਉਹਨਾਂ ਨੂੰ ਔਖਾ ਹੋਇਆ ਪਿਆ ਰਹਿਣਾ ਜਿਉਣਾ। ਮਾਣਯੋਗ ਹਰੇਕ ਬੰਦਾ, ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ, ਅਨਪੜ੍ਹ ਹੈ ਪੜ੍ਹਿਆ, ਉਹਦੀ ਇੱਕ ਗੱਲ ਤਾਂ ਸਾਂਝੀ ਹੈ ਨਾ ਕਿ ਉਹ ਮਾਣਯੋਗ ਜੀਵਨ ਜਿਉਣਾ ਚਾਹੁੰਦਾ, ਤੇ ਗਾਂ ਉਹ ਜੀਵਨ ਆਪਦੇ ਬੱਚਿਆਂ ਨੂੰ ਵੀ ਦੇਣਾ ਚਾਹੁੰਦਾ। ਤੇ ਜਦੋਂ ਆਲੇ ਦੁਆਲੇ ਮਾਹੌਲ ਹੀ ਨਹੀਂ ਗਾ, ਜਦੋਂ ਉਹਦੇ ਸਾਧਨ ਹੀ ਨਹੀਂ ਗਏ ਉਸ ਤਰ੍ਹਾਂ ਦੇ, ਬਾਜ਼ਾਰ ਜਿੱਡਾ ਮਰਜ਼ੀ ਭਰਿਆ ਰਵੇ ਚੀਜ਼ਾਂ ਦਾ, ਅਨਵਾਂਟਡ ਚੀਜ਼ਾਂ ਦਾ, ਜਦੋਂ ਖਰੀਦ ਨਹੀਂ ਸਕਦਾ, ਹੈ ਨਾ। ਜਿੰਨੀਆਂ ਮਰਜ਼ੀ ਯੂਨੀਵਰਸਿਟੀਆਂ ਖੁੱਲ੍ਹੀ ਜਾਣ, ਜਿੰਨੇ ਮਰਜ਼ੀ ਕਾਲਜ ਖੁੱਲ੍ਹੀ ਜਾਣ, ਜੋ ਇੰਜੀਨੀਅਰਿੰਗ ਦੇ ਖੁੱਲ੍ਹੀ ਜਾਣ, ਜਦੋਂ ਉਹ ਕੁਛ ਕਰ ਹੀ ਨਹੀਂ ਸਕਦਾ, ਹੈ ਨਾ। ਉਹ ਤਾਂ ਇੱਥੋਂ ਤੱਕ ਕਿ ਜੇ ਹੁਣ ਸਾਰਾ ਕੁਛ ਵੇਚ ਵੱਟ ਕੇ ਜੇ ਬੱਚਾ ਕੈਨੇਡਾ ਭੇਜਣਾ ਤੇ ਉਹ ਵੀ ਨਹੀਂ ਭੇਜ ਸਕਦਾ, ਹੈ ਨਾ। ਜਾਣੀ ਉਹ ਜਿਉਣਾ ਤਾਂ ਉਵੇਂ ਚੱਜ ਦਾ ਚਾਹੁੰਦਾ ਨਾ ਕਿ ਵੀ ਮੈਂ ਵੀ ਸੋਹਣੀ ਜ਼ਿੰਦਗੀ ਜਿਉਵਾਂ, ਮੇਰੇ ਬੱਚੇ ਵੀ ਗਾਂ ਜਿਹੜੇ ਹੈਗੇ ਆ ਉਹ ਥੋੜ੍ਹੀ ਮਾਣਯੋਗ ਜ਼ਿੰਦਗੀ ਜਿਉਣ। ਤੇ ਜਦੋਂ ਉਹ ਨਹੀਂ ਜਿਉ ਸਕਦਾ ਤਾਂ ਕੁਦਰਤੀ ਹੈਗਾ ਜੋ ਕੁਛ ਪੈਦਾ ਹੋ ਰਿਹਾ, ਫਿਰ ਉਹ ਜਾਂ ਦੁਖਾਂਤ ਪੈਦਾ ਹੋ ਰਿਹਾ। ਤੇ ਪੰਜਾਬੀ ਕਹਾਣੀ ਦੀ ਖੂਬਸੂਰਤੀ ਜੇ ਮੈਂ ਸਭ ਤੋਂ ਵੱਧ ਕੋਈ ਵੇਖਣੀ ਹੋਵੇ ਤਾਂ ਉਹ ਇਹ ਆ ਕਿ ਜਿਹੜੀਆਂ ਸਥਿਤੀਆਂ ਸਾਡੇ ਸਾਹਮਣੇ ਬਣ ਰਹੀਆਂ, ਉਹ ਸਥਿਤੀਆਂ ਨੂੰ ਚਿਤਰਨ ਦਾ ਯਤਨ ਕਰਦੀ, ਉਹਨਾਂ ਪਾਤਰਾਂ ਨੂੰ ਚਿਤਰਨ ਦਾ, ਤੇ ਉਹਨਾਂ ਨੂੰ ਡੂੰਘਾਈ 'ਚ ਫੜਨ ਦਾ ਵੀ ਯਤਨ ਕਰਦੀ। ਤੇ ਨਾਲ ਕਿਉਂਕਿ ਇਹ ਤਾਂ ਕਹਾਣੀ ਆ, ਕਹਾਣੀ ਤੋਂ ਵੀ ਜੇ ਹੁਣ ਅਸੀਂ ਉਵੇਂ ਹੀ ਮੰਗ ਕਰਾਂਗੇ ਜਿਵੇਂ ਅਸੀਂ ਕਿਸਾਨ ਯੂਨੀਅਨ ਵਾਲੀ ਗੱਲ ਪਹਿਲਾਂ ਕਰਕੇ ਹਟੇ ਹਾਂ ਕਿ ਵੀ ਹਰੇਕ ਕਹਾਣੀਕਾਰ ਨੂੰ ਨਾਅਰੇ ਮਾਰਨੇ ਚਾਹੀਦੇ, ਫਿਰ ਤਾਂ ਕਹਾਣੀ ਰਹੂਗੀ ਨਹੀਂ। ਤੇ ਨਾਲ ਉਹ ਇਹ ਵੀ ਜ਼ਿੰਮੇਵਾਰੀ ਜਿਹੜੀ ਨਿਭਾ ਰਿਹਾ ਕਿ ਮੈਂ ਕਲਾਤਮਕ ਕਹਾਣੀਆਂ ਲਿਖਣੀਆਂ ਦੁਨੀਆ ਵਰਗੀਆਂ। ਜਿਵੇਂ ਉਹ ਪੰਜਾਬੀ ਦਾ ਇੱਕ ਗੀਤ ਹੈ ਨਾ ਕਿ ਘੁੰਡ ਕੱਢਣਾ ਕਲਿੱਪ ਨੰਗਾ ਰੱਖਣਾ, ਸਹੁਰੀ ਜਾ ਕੇ 2-2 ਪਿੱਟਣੇ। ਇਹ ਕਹਾਣੀਕਾਰ ਨੂੰ 2-2 ਪਿੱਟਣੇ ਕਰਨੇ ਪੈਂਦੇ ਆ ਵੀ ਇੱਕ ਪਾਸੇ ਲੋਕਾਂ ਦੀ ਗੱਲ ਵੀ ਕਹੀ ਜਾਵੇ ਪਰ ਕਈ ਵੀ ਕਲਾਤਮਕ ਢੰਗ ਨਾਲ ਜਾਵੇ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਦੇ ਜਿਹੜੇ ਇਹ ਨਵੇਂ ਕਹਾਣੀਕਾਰ ਨੇ ਨਾ, ਜਿਵੇਂ ਖਾਸ ਤੌਰ 'ਤੇ ਜਿਵੇਂ ਸਾਵਲ ਧਾਮੀ ਹੈ, ਜਿਹੜੇ ਬਹੁਤ ਪੜ੍ਹੇ ਜਾ ਰਹੇ ਹੈਗੇ ਆ, ਸਰਗੀ ਹੈ ਨਾ, ਅਤੇ ਬਲਵਿੰਦਰ ਗਰੇਵਾਲ ਹੋ ਰਹੀ ਆ, ਜਾਂ ਇਸ ਤਰ੍ਹਾਂ ਸੁਖਜੀਤ ਹੈ, ਜਿਹੜੇ ਮਤਲਬ ਇਸ ਤਰ੍ਹਾਂ ਦੀ ਕਹਾਣੀ ਲਿਖਦੇ ਆ। ਭਗਵੰਤ ਰਸੂਲਪੁਰੀ ਹੈ, ਜਿਵੇਂ ਮਤਲਬ ਉਹਨੇ ਦਲਿਤਾਂ ਬਾਰੇ ਬਹੁਤ ਇਸ ਤਰ੍ਹਾਂ ਦੀਆਂ। ਤ੍ਰਿਪਤਾ ਕੇ ਸਿੰਘ ਆ ਜਿਹਦੀ ਗੱਲ ਆਪਾਂ ਕਰਕੇ ਹਟੇ ਹਾਂ। ਯਾਨੀ ਇਹ ਸਾਰ ਇੱਕ ਪੀੜ੍ਹੀ ਹੈ
ਬਿਲਕੁਲ ਨਵੇਂ ਕਹਾਣੀਕਾਰਾਂ ਦੇ ਵਿੱਚ ਸੁਖਪਾਲ ਸਿੰਘ ਥਿੰਦ ਮੁੰਡੇ, ਉਹਨੇ ਅਜੇ ਥੋੜ੍ਹੀਆਂ 5-7 ਕਹਾਣੀਆਂ ਲਿਖੀਆਂ ਤੇ ਪਿੱਛੇ ਉਹਦੀ ਕਹਾਣੀ ਇੱਕ ਐਡੀ ਮਸ਼ਹੂਰ ਹੋਈ ਹੈ ਸੋਸ਼ਲ ਮੀਡੀਆ ਤੇ ਵੀ, ਤੁਸੀਂ ਉਹਦਾ ਜ਼ਰੂਰ ਵੇਖਣ, ਫੁੱਲਾਂ ਦੀ ਫਸਲ। ਕਿ ਬੱਚੇ ਬਾਹਰ ਜਾ ਰਹੇ ਆ, ਮੰਨ ਲਓ, ਸਾਨੂੰ ਹੁਣ ਸਮਝ ਨਹੀਂ ਆਉਂਦੀ ਵੀ ਇਹਦੇ ਤੇ ਹੱਸੀਏ ਕਿ ਰੋਈਏ, ਹੈ ਨਾ। ਤੇ ਲੋਕ ਪੋਸਟਾਂ ਪਾਉਂਦੇ ਫੇਸਬੁੱਕ ਤੇ ਆ ਕੇ ਕਿ ਲਓ ਜੀ ਸਾਡਾ ਵੀ ਹੁਣ ਮੁੰਡਾ ਜਿਹੜਾ, ਇਹਦਾ ਮਤਲਬ ਅੰਦਰੋਂ ਤਾਂ ਖੁਸ਼ ਹੋ ਰਹੇ ਹੋ, ਹੈ ਨਾ। ਉੱਤੋਂ ਮਤਲਬ ਹੁਣ ਅਸੀਂ ਇਹ ਕਹੀ ਜਾਈਏ ਕਿ ਜੀ ਸਾਨੂੰ ਜੀ ਦੇਖੋ ਬੜਾ ਦੁੱਖ ਹੁੰਦਾ ਹੈ ਜੀ, ਇਸ ਤਰ੍ਹਾਂ ਬਹੁਤ ਇਸ ਤਰ੍ਹਾਂ ਕਰਕੇ ਹੁਣ ਉਹ ਇਹ ਕੀ ਹੈਗਾ। ਸਾਨੂੰ ਫਿਰ ਸੱਚ ਨੂੰ ਮੰਨਣਾ ਚਾਹੀਦਾ ਹੈ ਨਾ। ਜਦੋਂ ਸਾਡਾ ਸਿਸਟਮ ਨਹੀਂ ਦੇ ਰਿਹਾ ਕਿਸੇ ਨੂੰ ਕੁਛ, ਤੁਸੀਂ ਹੈਰਾਨ ਹੋਵੋਗੇ। ਹਾਂਜੀ, ਸੁਖਪਾਲ ਸਿੰਘ ਥਿੰਦ ਹੋਰੇ ਵਰਗੇ ਜਿਹੜੇ ਹੁਣ ਮਤਲਬ ਰਿਟਾਇਰਮੈਂਟ ਦੇ ਨੇੜੇ ਪਹੁੰਚਣ ਵਾਲੇ ਆ, ਉਹ ਲਾਸਟ ਭਰਤੀ ਪ੍ਰੋਫੈਸਰ ਹੋਏ ਸੀ ਸਰਕਾਰ ਵਜੋਂ। ਅੱਛਾ, ਜਾਣੀ 20-22 ਸਾਲਾਂ ਤੋਂ ਕੋਈ ਕਦੇ ਪੋਸਟ ਹੀ ਨਹੀਂ ਨਿਕਲੀ, ਜਾਣੀ ਉਹ ਤੇ ਰੋਕਾਂ ਹੀ ਲੱਗੀਆਂ ਹੋਈਆਂ। ਬਿਲਕੁਲ। ਤੇ ਜਦੋਂ ਜੇ ਹੁਣ ਕਿਤੇ ਸਕੋਪ ਹੀ ਨਹੀਂ ਹੋਊਗਾ ਤੇ ਫਿਰ ਲੋਕ ਕੀ ਕਰਨਗੇ। ਫਿਰ ਕੁਝ ਬੰਦੇ ਨੇ ਜਿਉਣ ਵਾਸਤੇ, ਚੰਗਾ ਜਿਉਣ ਵਾਸਤੇ, ਜਿਹਦੇ ਲਈ ਅਸੀਂ ਸ਼ਬਦ ਵਰਤਦੇ ਸੀਗੇ ਗ੍ਰੀਨ ਪਾਸਚਰ ਵਰਤਦੇ ਜਾਂਦੇ, ਵੀ ਜਿਹੜੇ ਆਰੀਅਨ ਸੀਗੇ ਉਹ ਹਰੀਆਂ ਚਰਾਂਦਾਂ ਵਾਸਤੇ ਆਏ ਸੀ, ਤੇ ਸਾਡੇ ਵਾਸਤੇ ਹੁਣ ਹਰੀਆਂ ਚਰਾਂਦਾਂ ਉਹ ਦੇਸ਼ ਬਣੇ ਹੋਏ ਆ, ਗ੍ਰੀਨ ਪਾਸਚਰ ਸਾਡਾ ਉਹ ਆ। ਤੇ ਇਸ ਕਰਕੇ ਲੋਕ ਔਖੇ ਸੌਖੇ ਹੋ ਕੇ ਜਾਣਾ ਚਾਹੁੰਦੇ ਆ। ਜਿਹੜੀ ਪੰਜਾਬੀ ਕਹਾਣੀ ਦੀ ਨਾ ਇਹ ਖੂਬਸੂਰਤੀ ਹੈ ਬਹੁਤ, ਕਿ ਜਿਹੜੀਆਂ ਇਹ ਅੰਦਰੂਨੀ ਗੱਲਾਂ ਨੇ, ਰਹੱਸ ਨੇ ਜਿਹੜੇ ਜ਼ਿੰਦਗੀ ਦੇ, ਨਵੀਂ ਔਰਤ ਬਾਰੇ, ਹੈ ਨਾ। ਤੁਸੀਂ ਸਰਗੀ ਦੀ ਕਹਾਣੀ ਪੜ੍ਹੋਗੇ, ਹੌਲੀਡੇ ਵਾਈਫ, ਤਾਂ ਆਪਣੇ ਤੁਹਾਨੂੰ ਹੈਰਾਨ ਹੋ ਜਾਓਗੇ ਵੀ ਅੱਛਾ ਔਰਤ ਐਂ ਸੋਚਣ ਲੱਗ ਪਈ। ਬਿਲਕੁਲ। ਉਹ ਆਪਾਂ ਉਸ ਕਹਾਣੀ ਦਾ ਜ਼ਿਕਰ ਚਲੋ ਇੱਥੇ ਨਹੀਂ ਕਰ ਸਕਦੇ, ਬੜਾ ਲੰਮਾ ਹੋ ਜਾਂਦਾ, ਪਰ ਫਿਰ ਵੀ ਕਿਤੇ ਨਾ ਕਿਤੇ ਬਿਲਕੁਲ ਤੁਹਾਨੂੰ ਵੀਨਾ ਵਰਮਾ ਹੁਣਾਂ ਦੀਆਂ ਲਿਖਤਾਂ ਵਾਲੀ ਝਲਕ ਉਸ ਕਹਾਣੀ 'ਚੋਂ ਮਿਲਦੀ ਹੈ ਕਿ ਔਰਤ ਨੂੰ ਉਸਦੇ ਇਸ ਪੱਖ ਤੋਂ ਵੀ ਵੇਖਿਆ ਜਾਣਾ ਚਾਹੀਦਾ ਕਿ ਮਾਨਸਿਕ ਨਹੀਂ, ਸਿਰਫ ਸਰੀਰਕ ਤੌਰ ਤੇ ਵੀ ਔਰਤ ਹੈ ਜਿਹੜੀ ਬਹੁਤ ਜ਼ਿਆਦਾ ਇੱਛਾਵਾਂ ਨਾਲ ਭਰੀ ਹੁੰਦੀ ਹੈ। ਤੇ ਇਹ ਮੈਂ ਕਹਿੰਦਾ ਔਰਤ ਨੂੰ ਮਨੁੱਖ ਵਾਂਗ ਵੇਖਣਾ ਚਾਹੀਦਾ ਹੈ ਕਿ ਵੀ ਦੇਖੋ ਉਹਦੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਉਹ ਸਮੁੱਚੇ ਤੌਰ ਤੇ ਮਨੁੱਖ ਤੋਂ ਵੱਖਰੀਆਂ ਥੋੜ੍ਹਾ ਹੈਗੀਆਂ। ਉਹ ਇੱਕ ਜਿਉਂਦਾ ਜਾਗਦੀ ਇੱਕ ਪ੍ਰਾਣ ਧਾਰੀ ਹੈ, ਮਤਲਬ ਉਹਦੇ 'ਚ ਭਾਵਨਾਵਾਂ ਨੇ, ਉਹਦੇ 'ਚ ਉਸ ਤਰ੍ਹਾਂ ਉਹ ਵੀ ਉਵੇਂ ਜਿਉਣਾ। ਮਤਲਬ ਕੀ ਫਰਕ ਕੀ, ਮਤਲਬ ਜੇ ਬਾਇਓਲੋਜੀਕਲ ਡਿਫਰੈਂਸਿਸ ਨੂੰ ਅਸੀਂ ਐਂ ਤਾਂ ਨਾ ਬਣਾਈਏ, ਹੈ ਨਾ। ਅਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਐਂ ਨਹੀਂ ਗਾ ਕਿ ਵੀ ਪਹਿਲਾਂ ਉਹ ਕਹਾਣੀ 'ਚ ਪੇਸ਼ ਨਹੀਂ ਸੀ ਹੁੰਦੀਆਂ। ਪਹਿਲਾਂ ਉਹ ਪੱਖ ਥੋੜ੍ਹੇ ਦੱਬਵੇਂ ਰੂਪ ਦੇ ਵਿੱਚ ਪੇਸ਼ ਹੁੰਦੇ ਸੀ, ਜਿਹੜੇ ਕਿ ਹੁਣ ਮਤਲਬ ਕਾਫੀ ਖੁੱਲ੍ਹ ਕੇ। ਸਾਹਿਤ ਕਦੀ ਵੀ ਨਾ ਸੱਚ ਜਿੰਨੀ ਦੇਰ ਉਹਦੇ 'ਚ ਆਉਂਦਾ ਨਹੀਂ ਨਾ ਉਸ ਤਰ੍ਹਾਂ ਜਿਵੇਂ ਅਸੀਂ ਮਹਿਸੂਸ ਕਰਦੇ ਹਾਂ, ਉਹਨਾਂ ਚਿਰ ਉਹਦੇ 'ਚ ਪ੍ਰੋਗਰੈਸਿਵ ਨਾਲੋਂ ਵੀ ਉਹਨਾਂ ਚਿਰ ਉਹਦੇ 'ਚ ਜਾਨ ਹੀ ਨਹੀਂ ਆਉਂਦੀ। ਕਿਉਂ ਪੜ੍ਹੂਗਾ ਕੋਈ ਵੈਸੇ, ਕੋਈ ਮਤਲਬ ਜੇ ਉਹਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਜਦੋਂ ਕਿਸੇ ਨੂੰ, ਹਰੇਕ ਬੰਦੇ ਨੂੰ ਲੱਗੂਗਾ ਵੀ ਅੱਛਾ ਮੈਂ ਤਾਂ ਆਪ ਐਵੇਂ ਸੋਚਦਾ, ਔਰਤ ਨੂੰ ਲੱਗੂ ਮੈਂ ਵੀ ਐਵੇਂ ਹੀ ਸੋਚਦੀ ਹਾਂ, ਹੈ ਨਾ, ਤਾਂ ਮੇਰੀ ਕਹਾਣੀ ਆ, ਹੈ ਨਾ। ਮੇਰੀ ਕਹਾਣੀ ਕਦੇ ਮਤਲਬ ਹਨੀਮੂਨ ਛਪੀ ਤਾਂ ਮੇਰੀ ਕੁਲੀਗ ਨੂੰ ਕਿਸੇ ਨੇ ਕਹਿਤਾ ਵੀ ਇਹ ਤਾਂ ਤੁਹਾਡੇ ਬਾਰੇ ਲਿਖੀ ਵੀ ਹੈ। ਅਤੇ ਹਾਲਾਂਕਿ ਉਦੋਂ ਤਾਂ ਅਸੀਂ ਤਾਂ ਜਾਣਦੇ ਵੀ ਨਹੀਂ ਸੀ, ਮੈਂ ਤਾਂ ਨਵਾਂ ਆਇਆ ਸੀਗਾ ਇੱਥੇ ਯੂਨੀਵਰਸਿਟੀ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਨਹੀਂ ਮੈਡਮ ਇਹ ਤੁਹਾਡੇ ਬਾਰੇ ਨਹੀਂ ਲਿਖੀ, ਅਤੇ ਤੁਹਾਨੂੰ ਮੈਂ ਕਿਹਾ ਕਿਉਂ ਲੱਗਿਆ। ਕਹਿੰਦੀ ਬਿਲਕੁਲ ਉਹੀ ਗੱਲਾਂ ਜਿਹੇ ਜਿਹੀਆਂ, ਮਤਲਬ ਨਾ ਮੈਂ ਵੀ ਨਹੀਂ ਸੀ ਹਨੀਮੂਨ 'ਤੇ ਜਾ ਸਕੀ ਅਤੇ ਮੇਰੇ ਅੰਦਰ ਵੀ ਬੜਾ ਇਹ ਰਹਿੰਦੀ ਹੈ ਗੱਲ। ਮੈਂ ਕਿਹਾ ਵੀ ਇਹ ਇਕੱਲੇ ਤੁਸੀਂ ਨਹੀਂ, ਪਤਾ ਨਹੀਂ ਮੈਂ ਵੀ ਨਹੀਂ ਜਾ ਸਕਿਆ, ਹੈ ਨਾ, ਮੇਰੀ ਘਰ ਵਾਲੀ ਵੀ ਨਹੀਂ ਜਾ ਸਕੀ। ਮੈਂ ਕਿਹਾ ਸਾਰੇ ਲੋਕ ਹੀ ਨਹੀਂ ਜਾ ਸਕੇ ਜਿਹੜੇ, ਇਹਦਾ ਮਤਲਬ ਹੈ ਕਿ ਵੀ ਉਹ ਸਾਰੇ ਹੀ ਐਵੇਂ ਸੋਚਦੇ ਹੋਣਗੇ, ਉਹ ਸਾਰਿਆਂ ਨੂੰ ਚੰਗੀ ਲੱਗੂਗੀ। ਮੈਂ ਕਿਹਾ ਨਾ ਮੇਰੀ ਕਹਾਣੀ ਨਾ ਤੁਹਾਡੀ ਕਹਾਣੀ ਹੈ, ਇਹ ਉਹਨਾਂ ਸਾਰੇ ਲੋਕਾਂ ਦੀ ਕਹਾਣੀ ਜਿਨ੍ਹਾਂ ਦੀਆਂ ਅਧੂਰੀਆਂ ਰੀਝਾਂ ਰਹਿ ਜਾਂਦੀਆਂ ਕਿਸੇ ਵੀ ਪੱਖ ਦੇ ਵਿੱਚ। ਅਤੇ ਔਰਤ ਦੀਆਂ ਬਥੇਰੀਆਂ ਰੀਝਾਂ ਰਹਿ ਗਈਆਂ। ਦਲਿਤਾਂ ਦੇ ਬਾਰੇ ਤਾਂ ਗੱਲ ਹੀ ਕੀ ਛੇੜਨੀ, ਵੀ ਉਹਨਾਂ ਦੀਆਂ ਤਾਂ ਔਰਤ ਨਾਲੋਂ ਵੀ ਜ਼ਿਆਦੀਆਂ ਰਹਿ ਗਈਆਂ। ਅਤੇ ਜੇ ਦਲਿਤ ਔਰਤ ਬਾਰੇ ਵੇਖੋਗੇ ਉਹਨਾਂ ਦੀਆਂ ਉਦੋਂ ਵੀ ਡਬਲ ਟ੍ਰਿਪਲ ਹੋਣਗੀਆਂ ਨਾ।
ਜਦੋਂ ਮੈਂ ਮੁੱਢ ਦੇ ਵਿੱਚ ਕਿਹਾ ਸੀਗਾ ਵੀ ਜਦੋਂ ਮੈਂ ਹੁਣ ਉਸ ਪੱਖ ਤੋਂ ਵੇਖਦਾ ਤੇ ਮੈਨੂੰ ਲੱਗਦਾ ਵੀ ਮੇਰਾ ਜਿਹੜਾ ਕਿਸਾਨੀ ਵਾਲਾ ਜੀਵਨ ਸੀਗਾ ਜਾਂ ਬਚਪਨ ਸੀ ਇਹ ਤਾਂ ਬਹੁਤ ਚੰਗਾ ਸੀ। ਮੈਂ ਹੁਣ ਜਾ ਕੇ ਆਪਦੇ ਪਿੰਡ ਜਾਣਾ ਤੇ ਮੈਂ ਆਪਦੇ ਭਤੀਜਿਆਂ ਨਾਲ ਬੈਠਦਾ ਤੇ ਮੈਂ ਉਹਨਾਂ ਨੂੰ ਨਾ ਇਹ ਗੱਲ ਕਹਿਣਾ, ਮੈਂ ਕਿਹਾ ਜੋ ਤੁਸੀਂ ਇਕੱਲੀ ਆਪਦੀ ਜ਼ਿੰਦਗੀ ਦੇਖਦੇ ਨੇ ਤੇ ਤੁਹਾਨੂੰ ਲੱਗਦਾ ਕਿ ਵੀ ਨਾ ਅਸੀਂ ਬਹੁਤ ਔਖੇ ਹਾਂ। ਮੈਂ ਕਿਹਾ ਤੁਸੀਂ ਨਾ ਐਡੇ ਔਖੇ ਨਹੀਂ ਗੇ ਜਿੰਨੀ ਦੁਨੀਆ ਔਖੀ ਹੈ। ਬਿਲਕੁਲ ਬਿਲਕੁਲ। ਮੈਂ ਕਿਹਾ ਤੁਸੀਂ ਆਪਦੀ ਨੀਂਦ ਸੌਂਦੇ ਆ, ਆਪਦੀ ਉੱਠਦੇ ਆ, ਤੇ ਮੈਂ ਕਿਹਾ ਜਦੋਂ ਮੈਂ ਇਸ ਘਰ ਦੇ ਵਿੱਚ ਰਹਿੰਦਾ ਸੀ ਤੇ ਇੱਕ ਟਾਈਮ ਸਬਜ਼ੀ ਬਣਦੀ ਸੀ, ਹੁਣ 3 ਟਾਈਮ ਬਣਦੀ ਹੈ। ਰੱਜ ਕੇ ਰੋਟੀ ਖਾਂਦੇ ਆ। ਤੇ ਮੈਂ ਕਿਹਾ ਡਾਕਟਰ ਤੁਹਾਨੂੰ ਕਹਿੰਦਾ ਵੀ ਤੁਸੀਂ ਭਾਈ ਘਿਓ ਜ਼ਿਆਦਾ ਨਾ ਖਾਇਆ ਕਰੋ, ਹੈ ਨਾ। ਤੇ ਅਸੀਂ ਮੈਂ ਕਿਹਾ ਮਲਾਈ ਪਿੱਛੇ ਡਾਂਗੋ ਡਾਂਗੀ ਹੁੰਦੇ ਸੀਗੇ ਵੀ ਫਲਾਣਾ ਮਲਾਈ ਖਾ ਗਿਆ, ਢਿਉਂਕਾ ਖਾ ਗਿਆ, ਉਹਦੇ ਗਾਲਾਂ ਪੈਂਦੀਆਂ ਸੀ ਇਸ ਗੱਲ ਵਾਸਤੇ। ਮੈਂ ਕਿਹਾ ਇਹਦਾ ਮਤਲਬ ਕੋਈ ਉਦੋਂ ਦੁੱਧ ਦੇ ਸਮੁੰਦਰ ਨਹੀਂ ਸੀ ਵਗਦੇ, ਨਹਿਰਾਂ ਨਹੀਂ ਸੀ ਵਗਦੀਆਂ, ਥੋੜੀਆਂ ਚੀਜ਼ਾਂ ਥੋੜੀਆਂ ਸੀਗੀਆਂ, ਪੈਸਾ ਤਾਂ ਜਾਣੀ ਮਿਲਦਾ ਹੀ ਨਹੀਂ ਸੀ। ਮੈਂ ਕਿਹਾ ਫੀਸ ਪਿੱਛੇ ਪੈਸੇ ਦੇ ਮਤਲਬ 1 ਰੁਪਈਆ ਨਹੀਂ ਸੀ, 1.25 ਰੁਪਈਆ ਫੀਸ ਹੁੰਦੀ ਸੀ ਤੇ ਉਹ ਨਹੀਂ ਸੀ ਮਿਲਦੀ। ਤੇ ਮੈਂ ਕਿਹਾ ਵੀ ਜਵਾਕਾਂ ਵਾਂਗ ਕਿਤੇ ਐਵੇਂ ਕੋਈ 2 ਕੰਟੀਨ ਵਾਲੇ ਤੋਂ ਬਿਸਕੁਟ ਲੈ ਕੇ 2 ਖਾ ਲਏ ਤੇ ਉਹ ਰੁਪਈਆ ਦੇਣ ਲਈ ਉਹ ਮੈਂ ਕਿਹਾ ਮੇਰਾ ਝੋਲਾ ਚੱਕ ਕੇ ਲੈ ਜਾਂਦਾ ਸੀਗਾ ਵੀ ਭਾਈ ਪੈਸੇ ਦੇ, ਪਹਿਲਾਂ ਅੱਜ ਫੀਸ ਦਿੱਤੀ ਮੇਰੇ ਪੈਸੇ ਵੀ ਦੇ। ਜਾਣੀ ਕਹਿਣ ਤੋਂ ਭਾਵ ਮੈਂ ਕਿਹਾ ਜੋ ਤੁਸੀਂ ਐਂ ਵੇਖੋਗੇ ਨਾ ਤੁਹਾਨੂੰ ਲੱਗੂਗਾ ਵੀ ਯਾਰ ਅਸੀਂ ਤਾਂ ਸੁਖਾਲੇ ਹਾਂ, ਹੈ ਨਾ, ਖੁੱਲ੍ਹੀ ਜ਼ਿੰਦਗੀ ਹੈ, ਆਪਦਾ ਘਰ ਹੈ, ਕਿਸੇ ਤੋਂ ਮੰਗਣ ਨਹੀਂ ਜਾਣਾ ਪੈਂਦਾ, ਕਣਕ ਸਾਲ ਤੋਂ ਵੀ ਵੱਧ ਪਈ ਰਹਿੰਦੀ ਹੈ ਨਾ। ਮੈਂ ਕਿਹਾ ਸਾਡੀ 3 ਮਹੀਨੇ ਕਣਕ ਮੁੱਕੀ ਰਹਿੰਦੀ ਸੀ ਮੇਰੇ ਵੇਲੇ, ਅਸੀਂ ਖਿਚੜੀ ਖਾਂਦੇ ਸੀ 3 ਮਹੀਨੇ। ਕਣਕ ਦੀ ਰੋਟੀ ਲਗਜ਼ਰੀ ਲੱਗਦੀ ਸੀ ਸਾਨੂੰ। ਤੇ ਖੰਡ ਜਦੋਂ ਉੱਥੇ ਕਿਲੋ ਲਿਆ ਕੇ ਸੰਦੂਕ 'ਚ ਲੁਕੋ ਦਿੰਦੀ ਸੀ ਬੇਬੇ ਵੀ ਮਤਲਬ ਇਹ ਆਏ ਗਏ ਵਾਸਤੇ। ਤੇ ਮੈਂ ਹੁਣ ਤੁਹਾਡੇ ਬੋਰੀ ਪਈ ਹੈ ਕਣਕ ਦੀ, ਖੰਡ ਦੀ। ਜਾਣੀ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਆਪਦੇ ਦੁੱਖ ਨੂੰ ਜਾਂ ਉਹਨੂੰ ਉਵੇਂ ਉਹ ਨਿੱਜੀ ਉਵੇਂ ਦੇਖਦੇ ਤਾਂ ਵੱਡਾ ਲੱਗਦਾ, ਸਿਰਫ ਆਪਣੇ ਆਲੇ ਦੁਆਲੇ। ਜਦੋਂ ਅਸੀਂ ਉਹਨੂੰ ਐਂ ਵੇਖਦੇ ਹਾਂ ਸਾਰਿਆਂ ਦੇ ਪ੍ਰਸੰਗ 'ਚ ਤੇ ਉਹ ਫਿਰ ਐਡਾ ਵੱਡਾ ਨਹੀਂ ਲੱਗਦਾ। ਬਿਲਕੁਲ। ਤਾਂ ਬਹੁਤ ਸਾਰੀਆਂ ਜਿਹੜੀਆਂ ਇਹ ਚੀਜ਼ਾਂ, ਜਦੋਂ ਇਹ ਇੱਕ ਨਵੀਂ ਦ੍ਰਿਸ਼ਟੀ ਹੈ ਚੀਜ਼ਾਂ ਨੂੰ ਵੇਖਣ ਦੀ, ਕਿ ਵੀ ਅਸੀਂ ਸਿਰਫ ਆਪਦੇ ਰੋਣੇ ਧੋਣੇ ਹੀ ਨਹੀਂ ਰੋਣੇ ਹੁੰਦੇ ਲਿਟਰੇਚਰ ਦੇ ਵਿੱਚ, ਬਹੁਤ ਸਾਰਾ ਕੁਛ ਉਹ ਵੀ ਹੈਗਾ ਜਿਹੜਾ ਸਾਨੂੰ ਆਲੇ ਦੁਆਲੇ ਹੈਗਾ, ਜਿਹੜਾ ਅਸੀਂ ਆਬਜੈਕਟਿਵ ਢੰਗ ਨਾਲ ਵੇਖ ਸਕਦੇ ਹੈਗੇ ਆ ਜੇ ਸਾਡੇ ਕੋਲ ਉਹ ਦ੍ਰਿਸ਼ਟੀ ਹੈਗੀ ਆ ਤਾਂ। ਤੇ ਉਹ ਮੈਂ ਤਾਂ ਬੜੀ ਹੈਰਾਨੀ ਹੁੰਦੀ ਹੈ ਵੀ ਮਤਲਬ ਮੈਂ ਆਪ ਨਵੇਂ ਕਹਾਣੀਕਾਰਾਂ 'ਚ ਤਾਂ ਚਲੋ ਨਹੀਂ ਗਾ, ਪਰ ਮੈਨੂੰ ਬੜੀ ਹੈਰਾਨੀ ਹੁੰਦੀ ਵੀ ਇਹ ਗੱਲਾਂ ਮੈਨੂੰ ਤਾਂ ਸੁੱਝੀਆਂ ਨਹੀਂ ਵੀ ਇਹਨਾਂ ਨੂੰ ਕਿੱਥੋਂ ਸੁੱਝ ਜਾਂਦੀਆਂ ਇਹੋ ਜਿਹੀ ਨਹੀਂ ਗੱਲ। ਫਿਰ ਉੱਥੇ ਜਿਵੇਂ ਜਿਵੇਂ ਅਨੁਭਵ ਦਾ ਜਿਹੜਾ ਚੇਂਜ ਹੁੰਦਾ ਜਾਂਦਾ, ਐਡੀਆਂ ਮਤਲਬ ਉਹਨਾਂ ਦੇ ਕੋਲੇ ਅਨੁਭਵ ਹੈਗਾ, ਉਹ ਇਸ ਤਰ੍ਹਾਂ ਦੇ ਲਿਖਦੇ। ਇਸ ਕਰਕੇ ਜਿਹੜੀ ਪੰਜਾਬੀ ਕਹਾਣੀ ਆ ਨਾ, ਇਹ ਹੁਣ ਵਿਸ਼ਵੀਕਰਨ ਨੂੰ, ਮੈਂ ਪਿੱਛੇ ਜੇ ਕੋਈ ਇਸ ਤਰ੍ਹਾਂ ਦਾ ਲੇਖ ਵੀ ਲਿਖਿਆ ਸੀ, ਉੱਤਰ ਬਸਤੀਵਾਦੀ ਦ੍ਰਿਸ਼ਟੀ ਨਾਲ ਵੇਖਦੀ ਹੈ। ਇਹ ਥੋੜ੍ਹਾ ਜਿਹਾ ਅਕੈਡਮਿਕ ਸ਼ਬਦ ਹੈ ਕਿ ਇਹ ਇਸ ਤਰ੍ਹਾਂ ਵੇਖਦੀ ਹੈਗੀ ਹੈ ਕਿ ਜਿਹੜਾ ਆਹ ਹੁਣ ਭਾਵੇਂ ਸਾਡੇ 'ਤੇ ਉਸ ਤਰ੍ਹਾਂ ਅੰਗਰੇਜ਼ਾਂ ਦਾ ਰਾਜ ਨਹੀਂ, ਅਸੀਂ ਉਹਨਾਂ ਦੀ ਬਸਤੀ ਨਹੀਂ ਆ, ਪਰ ਜਿਹੜੇ ਪੱਛਮੀ ਮੁਲਕਾਂ ਦੇ ਦਾ ਦਾਬਾ ਹੈਗਾ ਟੇਢੇ ਢੰਗਾਂ ਨਾਲ ਸਾਡੇ 'ਤੇ, ਸਾਡੀ ਲੁੱਟ ਖਸੁੱਟ ਹੈ, ਉਹ ਉਸੇ ਤਰ੍ਹਾਂ ਦੀ ਹੈ ਤੇ ਜਿਹਨੂੰ ਨਵ ਬਸਤੀਵਾਦ ਕਹਿੰਦੇ ਆ। ਤੇ ਉਹਦਾ ਵਿਰੋਧ ਵੀ ਹੁਣ ਤੁਸੀਂ ਸਿੱਧਾ ਗੰਡਾਸਿਆਂ ਬੰਦੂਕਾਂ ਨਾਲ ਨਹੀਂ ਕਰ ਸਕਦੇ, ਸਮਝ ਨਾਲ ਕਰਨਾ ਪਊਗਾ, ਗਿਆਨ ਨਾਲ ਕਰਨਾ ਪਊਗਾ। ਉਹਦੇ ਜਿਹੜਾ ਵਿਰੁੱਧ ਇੱਕ ਆਪਣਾ ਡਿਸਕੋਰਸ ਸਿਰਜਣਾ ਪਊਗਾ, ਤਾਂ ਉਹਦੀ ਸਮਝ ਆਊਗੀ, ਤਾਂ ਉਹਦਾ ਵਿਰੋਧ ਹੋਊਗਾ। ਇਹ ਕੰਮ ਮੈਂ ਤਾਂ ਪੂਰਾ ਬਹੁਤ ਤਸੱਲੀ ਮੈਨੂੰ ਹੁੰਦੀ ਹੈ ਕਿ ਜਿਹੜਾ ਘੱਟੋ ਘੱਟ ਕਹਾਣੀ ਦੇ ਖੇਤਰ 'ਚ ਤਾਂ ਇਹ ਬੜੀ ਬਖੂਬੀ ਕੀਤਾ ਜਾ ਰਿਹਾ। ਹਾਂਜੀ, ਨਹੀਂ ਸਰ, ਬਹੁਤ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਤੁਹਾਡੇ ਦੋਸਤਾਂ ਨੇ ਕਿਹਾ ਕਿ ਤੁਸੀਂ ਹਰ ਚੇਂਜ ਨੂੰ ਬਹੁਤ ਖੁੱਲ੍ਹ ਦਿਲੀ, ਫਰਾਕ ਦਿਲੀ ਨਾਲ ਐਕਸੈਪਟ ਵੀ ਕਰਦੇ ਹੋ ਤੇ ਉਹਨੂੰ ਜਿਉਂਦੇ ਵੀ ਰਹੇ ਹੋ। ਬਹੁਤ ਪੋਜ਼ਿਟਿਵ ਤੁਹਾਡਾ ਜਿਹੜਾ ਨਜ਼ਰੀਆ ਹੈ ਜ਼ਿੰਦਗੀ ਨੂੰ ਲੈ ਕੇ। ਵਕਤ ਭਾਵੇਂ ਜ਼ਿਆਦਾ ਹੋ ਗਿਆ, ਹਾਂਜੀ, ਪਰ ਮੈਂ ਨਾ ਆਪਣੇ ਹੈ ਇਸ ਗੱਲ ਨੂੰ ਨਾ ਕੁਲਵੰਤ ਸਿੰਘ ਵਿਰਕ ਨਾਲ ਜੋੜਨ ਦੀ ਮੇਰੀ ਇੱਛਾ ਹੈ। ਕੁਲਵੰਤ ਸਿੰਘ ਵਿਰਕ ਮੇਰਾ ਬਹੁਤ ਪਸੰਦੀਦਾ ਕਹਾਣੀਕਾਰ ਹੈ ਤੇ ਉਹਦੇ ਬਾਰੇ ਮੈਂ ਇੱਕ ਧਾਰਨਾ ਇਹ ਬਣਾਈ ਵੀ ਹੈ ਵੀ ਕੁਲਵੰਤ ਸਿੰਘ ਵਿਰਕ ਨਵੇਂ ਲੋਕਾਂ ਦਾ ਕਹਾਣੀਕਾਰ।
ਨਵੇਂ ਲੋਕਾਂ ਦਾ ਮਤਲਬ ਹੈ ਕਿ ਵੀ ਉਹ ਜਿਹੜੀ ਉਹਦੇ ਵੇਲੇ ਤਬਦੀਲੀ ਆਉਂਦੀ ਸੀ ਨਾ, ਜਿਹਨੂੰ ਕਿ ਪੁਰਾਣੇ ਲੋਕ ਹਮੇਸ਼ਾ ਉਹਨੂੰ ਨਿੰਦਦੇ ਆ ਜੀ, ਐਂ ਹੋ ਗਿਆ, ਮੁੰਡੇ ਖੁੰਡੇ ਐਂ ਹੋ ਗਏ, ਕੁੜੀਆਂ ਜੀ ਹੁਣ ਐਂ ਹੋ ਗਈਆਂ, ਹੈ ਨਾ। ਉਹ ਉਹਨੂੰ ਵੇਖਦਾ ਸੀਗਾ ਨਵੀਂ ਨਜ਼ਰ ਨਾਲ। ਉਹਦੀ ਕਹਾਣੀਆਂ ਦੀ ਕਿਤਾਬ ਦਾ ਨਾਮ ਵੀ ਹੈ ਨਵੇਂ ਲੋਕ। ਉਹਨੂੰ ਨਵੇਂ ਲੋਕਾਂ ਦੇ ਪੱਖ ਤੋਂ ਖੜ ਕੇ ਵੇਖਣਾ। ਮੈਨੂੰ ਕਈ ਵਾਰੀ ਮੈਂ ਆਪਣੇ ਅੰਦਰੋਂ ਅੰਦਰ ਹੀ ਸੋਚਦਾ ਵੀ ਸ਼ਾਇਦ ਨਾ ਮੇਰੇ ਤਾਂ ਵਿਰਕ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ ਵੀ ਮੇਰੇ ਅੰਦਰ ਜਦੋਂ ਹੀ ਕੋਈ ਉਸ ਤਰ੍ਹਾਂ ਦਾ ਖਿਆਲ ਆਉਣਾ ਸ਼ੁਰੂ ਹੁੰਦਾ ਨਾ ਕਿ ਜਿਹੜਾ ਮੈਨੂੰ ਲੱਗੇ ਕਿ ਇਹ ਤਾਂ ਯਾਰ ਪੁਰਾਣਿਆਂ ਵਾਲਾ ਖਿਆਲ ਹੈ ਵੀ ਨਵੀਂ ਗੱਲ ਨੂੰ ਨਾ ਝੱਲ ਨਹੀਂ ਰਿਹਾ, ਅਤੇ ਮੈਂ ਨਾ ਆਪਣੇ ਆਪ ਨੂੰ ਦਰੁਸਤ ਕਰਨ ਦਾ ਯਤਨ ਕਰਦਾ। ਮੈਂ ਆਪਣੇ ਆਪ ਦੀ ਆਲੋਚਨਾ ਕਰਦਾ ਉਸ ਵੇਲੇ, ਕਹਿ ਲਓ ਮੈਂ ਆਪਣੇ ਆਪ ਨੂੰ ਨਿੰਦਦਾ ਉਸ ਵੇਲੇ ਖੜ ਕੇ ਕਿ ਇਹਦਾ ਮਤਲਬ ਹੈ ਵੀ ਤੇਰੇ 'ਚ ਕੋਈ ਚੀਜ਼ ਪੈਦਾ ਹੋ ਗਈ, ਨੁਕਸ ਪੈਦਾ ਹੋ ਗਿਆ, ਤੂੰ ਪਰੰਪਰਾਵਾਦੀ ਜ਼ਿਆਦਾ ਬਣ ਗਿਆ, ਜਾਂ ਤੂੰ ਬੁੜਾ ਹੋ ਗਿਆ, ਜਾਂ ਤੂੰ ਇਸ ਤਰ੍ਹਾਂ, ਤੈਨੂੰ ਜਾਣੀ ਥੋੜ੍ਹਾ ਜਿਹਾ ਇਹ ਗੱਲ ਚੰਗੀ ਹੋਊਗੀ, ਤੂੰ ਇਹਨੂੰ ਨਾ ਚੰਗੀ ਤਰ੍ਹਾਂ ਵੇਖ। ਤਾਂ ਫਿਰ ਮੈਂ ਜਦੋਂ ਨਵੇਂ ਦੁਬਾਰੇ ਉਹਨੂੰ ਵੇਖਦਾ ਤਾਂ ਮੈਨੂੰ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਪੋਜ਼ੀਟਿਵ ਲੱਗਦੀਆਂ। ਮੈਂ ਇਹ ਆਮ ਇੰਟਰਵਿਊਆਂ 'ਚ ਉਦਾਹਰਨ ਵੀ ਦਿੰਦਾ ਕਿ ਵੀ ਨਾ ਵੀ ਜਿਹੜਾ ਮੇਰਾ ਖਾਸ ਤੌਰ 'ਤੇ ਜਿਹੜਾ ਸਾਡਾ ਵੱਡਾ ਬੇਟਾ, ਉਹ ਬਹੁਤ ਮਤਲਬ ਹੈਗਾ, ਤੁਹਾਡੇ ਨਾਲ ਅਸੀਂ ਘੰਟਿਆਂ ਬੱਧੀ ਡਾਇਲਾਗ ਕਰ ਸਕਦੇ ਹਾਂ, ਯਾਨੀ ਬਹੁਤ ਪੜ੍ਹਨ ਲਿਖਣ ਵਾਲਾ ਹੈਗਾ ਹੈ। ਛੋਟੇ 'ਚ ਵੀ ਹੈਗੀ ਇਹ ਗੱਲ, ਪਰ ਮਤਲਬ ਚਲੋ ਉਹ ਅਜੇ ਦੀ ਉਮਰ ਛੋਟੀ ਹੈ। ਅਤੇ ਮੈਂ ਉਹਦੇ ਨਾਲ ਜਦੋਂ ਗੱਲਬਾਤ ਕਰਦਾ ਨਾ, ਅਤੇ ਮੈਂ ਉਹਨੂੰ, ਜਾਂ ਮੈਂ ਕਿਤੇ ਬੋਲਣਾ ਹੁੰਦਾ ਤਾਂ ਮੈਂ ਉਹਨੂੰ ਕਹਿੰਦਾ ਯਾਰ ਇਹਦੇ 'ਤੇ ਨਾ ਮੈਨੂੰ ਦੱਸ ਤੂੰ। ਅੱਛਾ ਜੀ। ਵੀ ਉਹ ਕਈ ਵਾਰੀ ਕਹੂਗਾ ਵੀ ਹੁਣ ਮੈਂ ਇੱਕ ਪ੍ਰੋਫੈਸਰ ਨੂੰ ਕੀ ਦੱਸਾਂ ਵੀ ਤੁਸੀਂ ਮਤਲਬ ਬੋਲਣ ਜਾਣਾ। ਮੈਂ ਨਹੀਂ, ਇਹਦੇ 'ਤੇ ਮੈਂ ਤੇਰੇ ਤੋਂ ਤਾਂ ਪੁੱਛ ਰਿਹਾ ਹੈਗਾ ਵੀ ਤੇਰੀ ਪੀੜ੍ਹੀ ਦਾ ਕੀ ਖਿਆਲ ਹੈ। ਤਾਂ ਮੈਂ ਹਮੇਸ਼ਾ ਹੀ ਵੇਖਦਾ ਕਿ ਉਹ ਨਾ ਨਵੀਂ ਗੱਲ ਦੱਸਦਾ ਮੈਨੂੰ। ਉਦਾਹਰਨ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਅਸੀਂ ਕਿਤੇ ਡਿਸਕਸ਼ਨ ਕਰ ਰਹੇ ਸੀ, ਉਹ ਕਹਿੰਦਾ ਵੀ ਜਿਹੜਾ ਮਤਲਬ ਜੱਟਵਾਦ ਭਾਰੂ ਹੋਇਆ ਵਿਆ ਨਾ ਪੰਜਾਬ ਦੇ ਵਿੱਚ, ਕਹਿੰਦਾ ਵੀ ਤੁਸੀਂ ਜਿਵੇਂ ਕਹਿੰਦਾ ਪਾਸ਼ ਕਹਿੰਦਾ ਵੀ ਜ਼ਿੰਦਗੀ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਹੈ ਨਾ, ਉਹ ਕਹਿੰਦਾ ਵੀ ਤੁਸੀਂ ਕਦੇ ਬਾਣੀਆਂ ਨੂੰ ਨਾ ਪੋਜ਼ੀਟਿਵ ਢੰਗ ਨਾਲ ਨਹੀਂ ਵੇਖਿਆ। ਤੁਸੀਂ ਬੇਸਿਕਲੀ ਕਿਸਾਨ ਜਿਹੜੇ ਹੈਗੇ ਨਾ ਉਹ ਐਂਟਰਪ੍ਰੇਨਿਓਰਸ਼ਿਪ ਦੇ ਅਗੇਂਸਟ ਆ, ਕਿ ਤੁਸੀਂ ਜਦੋਂ ਉਹਨਾਂ ਨੂੰ ਉਹ ਦੇਖੋਗੇ ਨਾ ਵੀ ਤੁਹਾਡੇ ਕੋਲ ਇੱਕ ਇਹੋ ਜਿਹੀ ਕਮਿਊਨਿਟੀ ਹੈਗੀ ਹੈ ਜਿਹੜੀ ਕਿਤੇ ਸਰਕਾਰ ਵੱਲੋਂ ਝਾਕਦੀ ਨਹੀਂ ਕਿ ਵੀ ਸਾਨੂੰ ਨੌਕਰੀਆਂ ਦਿਓ, ਸਾਨੂੰ ਆਪ ਹੀ ਹੋਰ ਬਿਜ਼ਨਸ ਕਰ ਲੈਂਦੇ, ਹੋਰ ਦੁਕਾਨ ਪਾ ਲੈਂਦੇ ਹੈ ਨਾ, ਕੋਈ ਫੌਜ 'ਚ ਨਹੀਂ ਜਾਂਦੇ, ਕੋਈ ਪੁਲਿਸ 'ਚ ਨਹੀਂ ਜਾਣਾ ਚਾਹੁੰਦੇ ਉਹ, ਹੈ ਨਾ, ਜਾਣੀ ਹੁਣ ਅਫਸਰੀ 'ਚ ਜਾਣ ਲੱਗੇ ਜਾਣੀ ਇਸ ਤਰ੍ਹਾਂ। ਅਤੇ ਉਹ ਕਹਿੰਦਾ ਵੀ ਇਸ ਤੁਹਾਡੇ ਕੋਲ ਐਡੀ ਕਮਾਲ ਦੀ ਇੱਕ ਕਮਿਊਨਿਟੀ ਹੈ ਜਿਹੜੀ, ਅਤੇ ਤੁਸੀਂ ਕਦੇ ਨਾ ਉਹਦੀ ਕਦਰ ਨਹੀਂ ਪਾਈ ਚੰਗੀ ਤਰ੍ਹਾਂ। ਮੈਂ ਕਿਹਾ ਵੀ ਯਾਰ ਮੈਂ ਇਹਨੂੰ ਹੈ ਵੀ ਸੋਚਣਾ ਚਾਹੀਦਾ, ਕਹਿਣ ਤੋਂ ਭਾਵ ਕਿ ਵੀ ਜੇ ਮੈਂ ਕਿਸਾਨੀ ਦੇ ਪੁਆਇੰਟ ਆਫ ਵਿਊ ਤੋਂ ਹੀ ਇਕੱਲਾ ਸੋਚੀ ਜਾਊਂਗਾ, ਹੋ ਸਕਦਾ ਮੇਰਾ ਇਹ ਰਾਹ ਹੀ ਬੰਦ ਹੋ ਜੇ, ਮੈਂ ਦੂਜੀਆਂ ਜਿਹੜੇ ਵਰਗ ਨੇ ਉਹਨਾਂ ਬਾਰੇ ਸੰਕੀਰਨ ਹੋ ਜਾਊਂਗਾ, ਹੈ ਨਾ। ਜਿਵੇਂ ਮੈਂ ਮੇਲ ਡੋਮੀਨੇਟਡ ਵਿਚਾਰਧਾਰਾ ਦੇ ਤੋਂ ਹੀ ਸੋਚੀ ਜਾਊਂਗਾ ਤਾਂ ਮੈਂ ਔਰਤਾਂ ਬਾਰੇ ਸਹੀ ਨਹੀਂ ਸੋਚ ਸਕੂੰਗਾ, ਹੈ ਨਾ। ਜੇ ਮੈਂ ਆਪਦੀ ਪੀੜ੍ਹੀ ਦੇ ਨਜ਼ਰੀਏ ਤੋਂ ਸੋਚੀ ਜਾਊਂਗਾ ਮੈਂ ਬੱਚਿਆਂ ਦੇ ਨਜ਼ਰੀਏ ਨੂੰ ਸਮਝ ਨਹੀਂ ਸਕੂੰਗਾ। ਇਸ ਕਰਕੇ ਮੈਨੂੰ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਸ ਚੀਜ਼ ਨੇ ਮੈਨੂੰ ਫਾਇਦਾ ਬਹੁਤ ਕੀਤਾ, ਮੈਨੂੰ ਜਿਉਣ 'ਚ ਵੀ ਫਾਇਦਾ ਕੀਤਾ, ਅਤੇ ਮੈਨੂੰ ਥੋੜ੍ਹਾ ਜਿਹਾ ਨਜ਼ਰੀਆ ਪੋਜ਼ੀਟਿਵ ਬਣਾਉਣ ਦੇ ਵਿੱਚ ਵੀ ਫਾਇਦਾ ਕੀਤਾ। ਮੈਂ ਹਮੇਸ਼ਾ ਹੀ ਇਹ ਉਦਾਹਰਨ ਵਰਤਦਾ, ਮੈਂ ਕਹਿੰਦਾ ਹੁੰਦਾ ਵੀ ਜ਼ਿੰਦਗੀ ਇੱਕ ਕੋਈ ਨੁਕਸਾਨ ਹੋ ਗਿਆ ਜਾਂ ਕੋਈ ਫੇਲ ਹੋ ਗਏ ਤੁਸੀਂ, ਤਾਂ ਮੈਂ ਬੱਚਿਆਂ ਨੂੰ ਵੀ ਕਹਿਣਾ ਹੁੰਦਾ ਇੱਕ ਚੀਜ਼ ਜ਼ਿੰਦਗੀ ਨਹੀਂ ਹੁੰਦੀ, ਅਜੇ 99 ਚੀਜ਼ਾਂ ਪਈਆਂ ਬਾਕੀ, ਬਿਲਕੁਲ, ਹੈ ਨਾ। ਅਤੇ ਅਸੀਂ ਉਹਦੇ 'ਤੇ ਐਡੀ ਢੇਰੀ ਢਾਹ ਕੇ ਬਹਿ ਜਾਂਗੇ ਵੀ ਯਾਰ ਖਤਮ ਹੀ ਹੋ ਗਿਆ ਸਭ ਕੁਛ, ਹੁਣ ਨਹੀਂ ਜੀ ਜਿਉਣ ਦਾ ਕੋਈ ਹੱਜ ਰਿਹਾ। ਇਸ ਤਰ੍ਹਾਂ ਇਵੇਂ ਲੋਕਾਂ ਦੇ ਜਦੋਂ ਕੋਈ ਪੜ੍ਹਦਾ ਹੀ ਨਹੀਂ ਜੀ, ਫਿਰ ਕਿਤਾਬਾਂ ਕਾਹਦੇ ਵਾਸਤੇ ਲਿਖੀ ਜਾਣੀਆਂ, ਲੋਕ ਲੇਖਕ ਕਹਿੰਦੇ ਆ ਨਾ ਇਹ। ਹਾਂਜੀ। ਅਤੇ ਮੈਂ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਵੀ ਮੈਨੂੰ ਤਾਂ ਕਦੇ ਐਂ ਲੱਗਿਆ ਨਹੀਂ ਵੀ ਮੈਂ ਐਵੇਂ ਹਵਾ 'ਚ ਲਿਖੀ ਜਾ ਰਿਹਾ। ਮੈਨੂੰ ਤਾਂ ਸਗੋਂ ਐਂ ਲੱਗਦਾ ਇਸ ਦੇ ਉਲਟ ਕਿ ਤੁਸੀਂ ਦੁਆਨੀ ਦਾ ਕੰਮ ਕਰਦੇ, ਲੋਕ ਤੁਹਾਡਾ 4 ਆਨੇ ਮੁੱਲ ਪਾਉਂਦੇ, ਹੈ ਨਾ।
ਜੇ ਸਪੋਜ਼ ਕਰੋ ਮੈਂ ਕਿਤਾਬਾਂ ਨਾ ਲਿਖਦਾ ਹੁੰਦਾ, ਹੈਂ, ਤੁਸੀਂ ਇੱਥੇ ਕੀ ਲੈਣ ਆਉਣਾ ਸੀ? ਬਿਲਕੁਲ। ਹੈ ਨਾ। ਕਿੰਨਾ ਲੋਕਾਂ ਨੇ ਮੇਰੀਆਂ ਗੱਲਾਂ ਸੁਣਨੀਆਂ ਸੀਗੀਆਂ, ਹੈ ਨਾ। ਇਹਦਾ ਮਤਲਬ ਹੈ ਕਿ ਵੀ ਮੇਰੀ ਲਾਈਫ ਜਾਂ ਮੇਰਾ ਸਟਾਈਲ ਜਾਂ ਮੇਰੀ ਜ਼ਿੰਦਗੀ ਉਹਦੇ 'ਚ ਭਾਵੇਂ ਇੱਕ ਬੰਦੇ ਨੂੰ ਪ੍ਰੇਰਨਾ ਦੇਣ ਦੀ ਕੋਈ ਗੱਲ ਹੋਵੇ, ਉਹ ਕੁਛ ਚੀਜ਼ ਹੈ। ਹੈਗੀ ਨਾ। ਤੇ ਫਿਰ ਹੋਰ ਕਿਤਾਬਾਂ ਕੀ ਕਰ ਸਕਦੀਆਂ? ਕਿਤਾਬਾਂ ਇੰਨਾ ਕੁਛ ਜੇ ਕਰ ਦੇਣ ਤੁਹਾਡੇ ਵਾਸਤੇ, ਬਿਲਕੁਲ। ਹੈ ਨਾ। ਤੇ ਮੇਰੀ ਜ਼ਿੰਦਗੀ 'ਚ ਤਾਂ ਖੈਰ ਕਿਤਾਬਾਂ ਨੇ ਬਹੁਤ ਹੀ ਵੱਡਾ ਰੋਲ ਅਦਾ ਕੀਤਾ। ਮੈਂ ਤਾਂ ਆਪਦੇ ਸਟੂਡੈਂਟਸ ਨੂੰ ਕਹਿਣਾ ਹੁੰਦਾ, ਮੇਰੇ ਵਰਗਾ ਵਿਅਕਤੀ ਜਿਹਦੇ ਪਿੰਡ 'ਚੋਂ ਕੋਈ ਨਹੀਂ ਸੀ ਪੜ੍ਹਿਆ ਤੇ ਮੈਂ ਵੀ ਰਿੜ ਖਿੜ ਕੇ ਪੜ੍ਹਿਆ ਸੀ, ਹੈ ਨਾ, ਉਹ ਵਿਅਕਤੀ ਜਿਹਨੂੰ ਪੰਜਾਬੀ ਤੋਂ ਇਲਾਵਾ ਹੋਰ ਕੁਛ ਨਹੀਂ ਸੀ ਆਉਂਦਾ, ਤੇ ਜੇ ਮੈਨੂੰ ਪੰਜਾਬੀ ਸਾਰਾ ਕੁਛ ਦੇ ਸਕਦੀ ਹੈ, ਚੰਗਾ ਘਰ, ਚੰਗੀ ਨੌਕਰੀ, ਚੰਗੇ ਪੈਸੇ, ਚੰਗੇ ਦੁਨੀਆ ਭਰ ਦੀਆਂ ਸੈਰਾਂ, ਸਾਰਾ ਕੁਛ ਦੇ ਸਕਦੀ, ਤੁਹਾਨੂੰ ਕਿਉਂ ਨਹੀਂ ਦੇ ਸਕਦੀ? ਬਿਲਕੁਲ। ਤੁਹਾਨੂੰ ਵੀ ਦੇਊਗੀ ਇਹ ਗੱਲ ਸਿਰਫ ਦੇਖਣ ਦੀ ਆ। ਵੀ ਤੁਸੀਂ ਉਹਨੂੰ ਪੰਜਾਬੀ ਨੂੰ ਮਤਲਬ ਸਿਰਫ ਜਿਵੇਂ ਬੱਕਰੀ ਚੋਣੀ ਆ ਉਹਦੇ ਵਾਂਗ ਨਾ ਵੇਖੋ ਵੀ ਇਹਦੇ ਤੋਂ ਫਾਇਦੇ ਹੀ ਫਾਇਦੇ ਕੱਟਣੇ ਆ। ਤੁਸੀਂ ਉਹਦੇ ਨਾਲ ਮੋਹ ਦਾ ਰਿਸ਼ਤਾ ਪਾਓ। ਸਹੀ ਮਾਅਨੇ ਦੇ ਵਿੱਚ ਸੇਵਾ ਮੈਨੂੰ ਲੱਗਦਾ ਹੁੰਦਾ ਵੀ ਫਿਰ ਮੈਂ ਉਹੀ ਜਿਵੇਂ ਵਿਅੰਗ ਨਾਲ ਕਹਿਣਾ ਹੋਵੇ ਤਾਂ ਸੇਵਾ ਤਾਂ ਕੰਮ ਕੀਤਿਆਂ ਹੁੰਦੀ ਹੈ, ਪੋਸਟਾਂ ਨਾਲ ਨਹੀਂ ਸੇਵਾ ਹੁੰਦੀ। ਜੇ ਕੰਮ ਕਰਾਂਗੇ ਤਾਂ ਹੋਊਗੀ, ਨਹੀਂ ਕਰਾਂਗੇ ਵਿਦਿਆਰਥੀ ਕਿੱਥੋਂ ਮਟੀਰੀਅਲ ਲੈਣਗੇ? ਜੇ ਨਹੀਂ ਮਟੀਰੀਅਲ ਹੋਊਗਾ ਪੜ੍ਹਨਗੇ ਕਿੱਥੋਂ, ਹੈ ਨਾ। ਨਵਾਂ ਮਟੀਰੀਅਲ ਕਿੱਥੋਂ, ਹੈ ਨਾ। ਆ ਮੇਰੇ ਟੇਬਲ 'ਤੇ ਹੀ ਮਤਲਬ ਅਸੀਂ ਲੇਟੈਸਟ ਕੰਮ ਚੱਲ ਰਿਹਾ ਸੀ। ਮੈਂ ਕਿਸੇ ਸਟੂਡੈਂਟ ਨਾਲ ਰਲ ਕੇ, ਮੇਰੀ ਸਟੂਡੈਂਟ ਆ, ਅਸੀਂ ਇੱਕ ਕਿਤਾਬ ਐਡਿਟ ਕਰ ਰਹੇ ਹਾਂ ਬਹੁਤ ਸੱਭਿਆਚਾਰਵਾਦ ਬਾਰੇ। ਇਹ ਥਿਊਰੀ ਸਾਹਿਤ ਦੀ ਬਿਲਕੁਲ ਨਵੀਂ ਹੈ ਤੇ ਇਹਦੇ ਬਾਰੇ ਅਜੇ ਕੋਈ ਮਟੀਰੀਅਲ ਨਹੀਂ ਪੰਜਾਬੀ 'ਚ। ਤੇ ਹੁਣ ਆਉਣ ਵਾਲੇ ਸਮੇਂ 'ਚ ਲੋੜ ਤਾਂ ਪਊਗੀ, ਤੇ ਉਹ ਕੌਣ ਕਰੂਗਾ? ਕੋਈ ਤਾਂ ਕਰੂਗਾ ਹੀ। ਇਸ ਕਰਕੇ ਮੈਂ ਤਾਂ ਸੋਚਦਾ ਵੀ ਉਹ ਗੱਲਾਂ ਬਾਤਾਂ ਵਾਲੀ ਸੇਵਾ ਨਹੀਂ। ਜੇ ਤੁਸੀਂ, ਜੇ ਤੁਹਾਡੇ ਸਮਰੱਥਾ ਹੈਗੀ ਹੈ, ਕੁਝ ਕਰਨ ਵਾਲੀ, ਕੁਦਰਤ ਕੁਦਰਤ ਨੇ ਤੁਹਾਨੂੰ ਚੰਗਾ ਦਿਮਾਗ ਦਿੱਤਾ ਹੈ, ਤੁਸੀਂ ਉਹ ਵਿਕਾਸ ਵੀ ਕੀਤਾ ਹੈ, ਤੁਹਾਡੇ ਕੋਲ ਚੰਗਾ ਸਰੀਰ ਹੈਗਾ, ਤੁਹਾਡੇ ਕੋਲ ਸਾਧਨ ਵੀ ਹੈਗੇ ਆ, ਤਾਂ ਤੁਸੀਂ ਫਿਰ ਕਿਉਂ ਨਾ ਕਰੋ ਕੰਮ, ਹੈ ਨਾ। ਫਿਰ ਕਰੋ। ਤਾਂ ਹੀ ਮੈਨੂੰ ਲੱਗਦਾ ਹੁੰਦਾ ਵੀ ਮੇਰੀ ਲਾਈਫ 'ਚ ਕੋਈ ਬਾਹਲਾ ਫਰਕ ਨਹੀਂ ਪਿਆ ਵੀ ਮੈਂ ਰਿਟਾਇਰ ਹੋ ਗਿਆ ਕਿ ਮੈਂ ਹੈਗਾ ਕਿ ਨਹੀਂ। ਮੈਂ ਉਹੋ ਜਿਹਾ ਹੀ ਆ, ਸਾਰਾ ਕੁਛ ਉਵੇਂ ਹੀ ਚੱਲਦਾ ਤੇ ਠੀਕ ਚੱਲ ਰਿਹਾ। ਨਹੀਂ ਸਰ, ਇਹ ਵੀ ਇੱਕ ਚੰਗੀ ਗੱਲ ਆ। ਅਸੀਂ ਚਾਹਾਂਗੇ ਤੁਸੀਂ ਇਸੇ ਚੜ੍ਹਦੀ ਕਲਾ 'ਚ, ਇਸੇ ਨਜ਼ਰੀਏ ਨਾਲ ਆਪਣਾ ਕੰਮ ਕਰਦੇ ਰਹੋ। ਆਉਣ ਵਾਲੇ ਸਾਹਿਤਕਾਰਾਂ ਲਈ, ਆਉਣ ਵਾਲੇ ਵਿਦਿਆਰਥੀਆਂ ਲਈ ਤੁਹਾਡਾ ਇਹ ਜਿਹੜਾ ਕੰਮ ਹੈ ਹਮੇਸ਼ਾ ਵਰ੍ਹਿਆਂ ਤੱਕ ਉਹਨਾਂ ਦੇ ਕੰਮ ਆਵੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਤੁਹਾਡੀ।